लैके ਅਸੀਂ ਪਹਿਲਾ ਜਿਹੜਾ ਜੰਗਲ ਬਠਿੰਡੇ ਗਿਲਪੱਤੀ ਪਿੰਡ ਦੇ ਵਿੱਚ 2019 ਦੇ ਵਿੱਚ ਮਾਰਚ ਮਹੀਨੇ ਦੇ ਵਿੱਚ ਅਸੀਂ ਲਗਾਇਆ ਸੀ ਜੰਗਲ ਤੇ ਅੱਜ ਤੁਸੀਂ ਜਾ ਸਕਦੇ ਹੋ ਉੱਥੇ ਦੇਖ ਸਕਦੇ ਹੋ ਕਿ ਉਹ ਜਿਹੜਾ 2 ਸਾਲ ਪੁਰਾਣਾ ਜੰਗਲ ਉਹਦੇ ਵਿੱਚ 25 ਫੁੱਟ 20 ਫੁੱਟ ਦੇ ਜਿਹੜੇ ਰੁੱਖ ਪਹੁੰਚ ਗਏ ਨੇ ਤੇ ਸੋ ਇਹ ਜਿਹੜੀ ਵੀਡੀਓ ਤੁਹਾਨੂੰ ਦਿਖਾਵਾਂਗੇ ਅਸੀਂ ਇਹ ਵੀਡੀਓ ਜਿਹੜੀ ਕਿ ਅਵੇਲੇਬਲ ਕੀਤੀ ਜਾਏਗੀ ਫ੍ਰੀ ਸਾਰਿਆਂ ਨੂੰ ਜਿਹੜਾ ਵੀ ਬੰਦਾ ਬੈਠ ਕੇ ਘਰ ਇਸ ਵਿਧੀ ਨੂੰ ਸਿੱਖ ਸਕਦਾ ਹੈ ਕਿ ਇਹ ਜੰਗਲ ਲਗਾਉਣ ਦਾ ਤਰੀਕਾ ਕਿਸ ਤਰ੍ਹਾਂ ਪੰਜਾਬ ਨੂੰ ਹਰਾ ਭਰਾ ਕਰ ਸਕਦਾ ਹੈ ਸੋ ਇਹ ਸਾਡੇ ਸਾਰਿਆਂ ਲਈ ਬਹੁਤ ਮਾਣ ਦੀ ਗੱਲ ਹੈ ਤੇ ਤੀਜੀ ਗੱਲ ਜਿਹੜੀ ਤੁਹਾਨੂੰ ਅਸੀਂ ਖੁਸ਼ਖਬਰੀ ਇਹ ਦੇਣਾ ਚਾਹੁੰਦੇ ਆ ਕਿ ਇਹਨਾਂ ਜੰਗਲਾਂ ਦੇ ਵਿੱਚ 60 ਤੋਂ ਵੱਧ ਜਿਹੜੇ ਪੰਜਾਬ ਦੇ ਦੇਸੀ ਰੁੱਖ ਨੇ ਬਹੁਤੇ ਜਿਹੜੇ ਤੁਹਾਨੂੰ ਅੱਜ ਕਿਤੇ ਵੀ ਦੇਖਣ ਨੂੰ ਨਹੀਂ ਮਿਲਦੇ ਫੋਰ ਐਗਜ਼ਾਮਪਲ ਟਾਹਲੀ ਜਿਹੜਾ ਪੰਜਾਬ ਦਾ ਸਟੇਟ ਰੁੱਖ ਹੈ ਤੁਸੀਂ ਅੱਜ ਵੀ ਕਾਰ ਚੁੱਕ ਕੇ 10 ਮੀਲ ਦੇ ਰੇਡੀਅਸ ਤੇ ਚਲੇ ਜਾਓ ਅੱਜ ਵੀ ਕਾਰ ਚੁੱਕ ਕੇ ਜੇ 10 ਮੀਲ ਦੇ ਰੇਡੀਅਸ ਤੇ ਕਿਤੇ ਚਲੇ ਜਾਓ ਤੁਹਾਨੂੰ ਟਾਹਲੀ ਦੇ ਮੇਰੇ ਖਿਆਲ 'ਚ 10 ਰੁੱਖ ਨਹੀਂ ਤੁਹਾਨੂੰ ਮਿਲਣਗੇ ਇਹ ਹਾਲ ਹੈ ਅਸੀਂ ਪੰਜਾਬ ਦਾ ਕੀਤਾ ਇਹ ਸਾਡਾ ਪੰਜਾਬ ਦਾ ਵਿਰਸਾ ਹੈ ਜਿੱਥੇ ਅਸੀਂ ਪੰਜਾਬੀ ਬੋਲੀ ਨੂੰ ਕਹਿੰਦੇ ਹਾਂ ਕਿ ਜੀ ਪੰਜਾਬੀ ਬੋਲੀ ਕਦੇ ਨਹੀਂ ਖਤਮ ਹੋਣੀ ਤੇ ਅਸੀਂ ਸੀਨਾ ਵੱਡਾ ਕਰਕੇ ਅਸੀਂ ਕਹਿੰਦੇ ਹਾਂ ਕਿ ਪੰਜਾਬੀ ਬੋਲੀ ਸਾਡੀ ਆਪਣੀ ਮਾਂ ਬੋਲੀ ਹੈ ਅਸੀਂ ਇਹਨੂੰ ਮਰਨ ਨਹੀਂ ਦੇਣਾ ਇਸੇ ਤਰ੍ਹਾਂ ਅਸੀਂ ਇੱਥੋਂ ਦਾ ਸੱਭਿਆਚਾਰ ਸਾਡੇ ਜੇ ਗਿੱਧੇ ਨੇ ਭੰਗੜੇ ਨੇ ਸਾਡੀਆਂ ਬੋਲੀਆਂ ਨੇ ਸਾਡੀ ਕਵਿਤਾਵਾਂ ਨੇ ਕਿੱਸੇ ਨੇ ਉਹਨਾਂ ਨੂੰ ਅਸੀਂ ਕਹਿੰਦੇ ਹਾਂ ਕਿ ਇਹਨਾਂ ਨੂੰ ਮਰਨ ਨਹੀਂ ਦੇਣਾ ਪਰ ਵੀਰੋ ਤੇ ਭੈਣੋ ਅਸੀਂ ਖੁਦ ਜ਼ਿੰਮੇਵਾਰ ਹਾਂ ਕਿ ਅਸੀਂ ਸਾਰੀਆਂ ਪੰਜਾਬ ਦੀਆਂ ਜਿਹੜੀਆਂ ਪ੍ਰਜਾਤੀਆਂ ਜਿਹੜੀਆਂ ਸਾਡਾ ਆਪਣਾ ਵਿਰਸਾ ਜਿਹਦੇ ਨਾਲ ਜੁੜਿਆ ਹੋਇਆ ਉਹਨਾਂ ਨੂੰ ਅਸੀਂ ਖਤਮ ਕਰ ਦਿੱਤਾ ਹੈ ਸੋ ਇਹ ਗੁਰੂ ਨਾਨਕ ਪਵਿੱਤਰ ਜੰਗਲ ਇਹਨਾਂ ਸਾਰੇ 60 ਤੋਂ ਵੱਧ ਜਿਹੜੀਆਂ ਸਾਡੀਆਂ ਪ੍ਰਜਾਤੀਆਂ ਨੇ ਉਹਨਾਂ ਦੇ ਜਿਹੜੇ ਬੀਜ ਨੇ ਇਹ ਲਾਈਵ ਸੀਡ ਬੈਂਕ ਇਹਨਾਂ ਗੁਰੂ ਨਾਨਕ ਪਵਿੱਤਰ ਜੰਗਲਾਂ ਦੇ ਵਿੱਚ ਹੁਣ ਲੱਗ ਚੁੱਕੇ ਨੇ ਤੇ ਇਹ ਅਸੀਂ ਸਾਡੀ ਪੂਰੀ ਕੋਸ਼ਿਸ਼ ਹੈ ਕਿ ਇਹਨਾਂ ਬੀਜਾਂ ਨੂੰ ਵੱਧ ਤੋਂ ਵੱਧ ਅਸੀਂ ਫੈਲਾਵਾਂਗੇ ਇਹਨਾਂ ਜੰਗਲਾਂ ਰਾਹੀਂ ਤੇ ਵੱਧ ਤੋਂ ਵੱਧ ਲੋਕਾਂ ਨੂੰ ਪਤਾ ਲੱਗੇਗਾ ਕਿ ਇਹ ਜੰਗਲ ਕਿਸ ਤਰ੍ਹਾਂ ਸਾਡੇ ਵਿਰਸੇ ਨਾਲ ਜੁੜੇ ਹੋਏ ਨੇ ਤੇ ਚੌਥੀ ਗੱਲ ਜਿਹੜੀ ਮੈਂ ਤੁਹਾਡੇ ਨਾਲ ਸ਼ੇਅਰ ਕਰਨਾ ਚਾਹ ਰਿਹਾ ਕਿ 12ਵਾਂ ਸਿੱਖ ਵਾਤਾਵਰਣ ਦਿਵਸ ਜਿਹੜਾ ਕਿ ਅਸੀਂ ਇਕੋ ਸਿੱਖ ਜਥੇਬੰਦੀ ਨੇ ਮਨਾਉਣਾ ਸ਼ੁਰੂ ਕੀਤਾ 2010 ਦੇ ਵਿੱਚ ਉਹ ਸਿੱਖ ਵਾਤਾਵਰਣ ਦਿਵਸ ਗੁਰੂ ਹਰਿਰਾਏ ਪਾਤਸ਼ਾਹ ਨਾਲ ਜੁੜਿਆ ਹੋਇਆ 7ਵੇਂ ਗੁਰੂ ਜੀ ਦੇ ਗੁਰਗੱਦੀ ਦਿਵਸ ਨੂੰ ਅਸੀਂ ਸਿੱਖ ਵਾਤਾਵਰਣ ਦਿਵਸ ਦੇ ਤੌਰ ਤੇ ਮਨਾਉਣਾ ਸ਼ੁਰੂ ਕੀਤਾ ਤੇ ਉਹ ਅਸੀਂ ਪੋਸਟਰ ਵੀ ਇੱਥੇ ਅੱਜ ਜਾਰੀ ਕਰਾਂਗੇ ਤੇ ਅਸੀਂ ਘਰ ਘਰ ਚਾਹੁੰਦੇ ਆ ਕਿ ਜਿਹੜੇ ਵੀ ਆਪਣੇ ਆਪ ਨੂੰ ਮੰਨਦੇ ਨੇ ਕਿ ਅਸੀਂ ਗੁਰੂ ਹਰਿਰਾਏ ਪਾਤਸ਼ਾਹ ਦੇ ਸਿੱਖ ਹੈਗੇ ਆ ਜਿਹੜੇ ਵੀ ਪੰਜਾਬ ਦੇ ਵਿਰਸੇ ਨਾਲ ਜੁੜੇ ਹੋਏ ਤੇ ਪੰਜਾਬ ਦੇ ਜਿਹੜੇ ਪਹਿਲੇ এনवायरमेंटलिस्ट ਨੇ ਜਿਨ੍ਹਾਂ ਨੇ ਪੰਜਾਬ ਦੇ ਵਾਤਾਵਰਣ ਦੀ ਆਵਾਜ਼ ਉਠਾਈ ਹੈ ਗੁਰੂ ਹਰਿਰਾਏ ਪਾਤਸ਼ਾਹ ਨੇ ਅੱਜ ਤੋਂ 300-400 ਸਾਲ ਪਹਿਲਾਂ ਉਹਨਾਂ ਦਾ ਜਿਹੜਾ ਗੁਰਗੱਦੀ ਦਿਵਸ ਅਸੀਂ ਪਿਛਲੇ 12 ਸਾਲਾਂ ਤੋਂ ਮਨਾਉਂਦੇ ਆ ਰਹੇ ਹਾਂ ਉਹਨਾਂ ਦੇ ਬਾਰੇ ਵੀ ਅਸੀਂ 7 ਜਿਹੜੇ ਤਰੀਕੇ ਨੇ ਜਿਹਦੇ ਨਾਲ ਹਰ ਪੰਜਾਬੀ ਹਰ ਸਿੱਖ ਹਰ ਵਾਤਾਵਰਣ ਪ੍ਰੇਮੀ ਕੁਝ ਨਾ ਕੁਝ ਕਰ ਸਕਦਾ ਕੁਝ ਨਾ ਕੁਝ ਕਦਮ ਚੁੱਕ ਸਕਦਾ ਹੈ ਗੁਰਦੁਆਰੇ ਦੇ ਵਿੱਚ ਉਹ ਵੀ ਅਸੀਂ ਸਾਰੇ ਜਿਹੜੇ 7 ਕਦਮ ਨੇ ਅਸੀਂ ਰਿਲੀਜ਼ ਕੀਤੇ ਨੇ ਤੇ ਕਰਨ ਜਾ ਰਹੇ ਹਾਂ ਤੇ ਅਸੀਂ ਇਹੀ ਸਾਡੀ ਬੇਨਤੀ ਹੈ ਕਿ ਜਿੱਥੇ ਇਕੋ ਸਿੱਖ ਇਹ ਕੰਮ ਕਰ ਰਹੀ ਹੈ ਪਿਛਲੇ 36 ਮਹੀਨਿਆਂ ਦੇ ਵਿੱਚ 400 ਜੰਗਲ ਕੰਪਲੀਟ ਹੋਏ ਨੇ ਉੱਥੇ ਹਰ ਪੰਜਾਬੀ ਹੁਣ ਉਹ ਜਿਹੜੀ ਵੀਡੀਓ ਸ਼ੁਭਿੰਦਰ ਸ਼ਰਮਾ ਜੀ ਰਿਲੀਜ਼ ਕਰਨਗੇ ਤੇ ਉਹ ਵੀਡੀਓ ਨੂੰ ਦੇਖ ਕੇ ਤੁਸੀਂ ਘਰ ਘਰ ਇਹ ਜੰਗਲ ਆਪਣੇ ਬੈਕਯਾਰਡ ਦੇ ਵਿੱਚ ਆਪਣੇ ਫਰੰਟ ਯਾਰਡ ਦੇ ਵਿੱਚ ਗੁਰਦੁਆਰੇ ਦੇ ਵਿੱਚ ਸਕੂਲ ਦੇ ਵਿੱਚ ਕਾਲਜ ਦੇ ਵਿੱਚ 200 ਸਕੁਅਰ ਮੀਟਰ ਦੇ ਵਿੱਚ 550 ਰੁੱਖ ਲਗਾ ਕੇ ਤੁਸੀਂ ਪੰਜਾਬ ਦੀ ਧਰਤੀ ਨੂੰ ਹਰਾ ਭਰਾ ਕਰ ਸਕਦੇ ਹੋ ਤੇ ਆਪਾਂ ਸਾਰਿਆਂ ਨੇ ਦੇਖਿਆ ਕਿ ਕੋਵਿਡ ਦੇ ਦੌਰਾਨ ਆਕਸੀਜਨ ਦੇ ਸਿਲੰਡਰ ਲੈਣ ਲਈ ਬੰਦੇ ਕੋਈ ਵੀ ਕੀਮਤ ਦੇਣ ਨੂੰ ਤਿਆਰ ਸੀ ਲੋਕੀ ਕਈ ਇਸ ਸੰਸਾਰ ਤੋਂ ਚਲੇ ਗਏ ਆਕਸੀਜਨ ਨਹੀਂ ਮਿਲੀ ਤੇ ਵੀਰੋ ਤੇ ਭੈਣੋ ਤੇ ਇਹ ਤਾਂ ਕੁਦਰਤ ਨੇ ਸਾਨੂੰ ਦਿੱਤਾ ਹੈ ਕਿ ਅਸੀਂ ਇਹ ਜੰਗਲ ਲਗਾ ਕੇ ਸਦਾ ਲਈ ਆਕਸੀਜਨ ਦਾ ਲੰਗਰ ਸਾਰੇ ਲੋਕਾਂ ਨੂੰ ਬੱਚਿਆਂ ਨੂੰ ਪੰਛੀਆਂ ਨੂੰ ਅਸੀਂ ਸਦਾ ਲਈ ਇੱਥੇ ਮੁਹੱਈਆ ਕਰ ਸਕਦੇ ਹਾਂ ਸੋ ਮੈਂ ਹੁਣ ਬੇਨਤੀ ਕਰਾਂਗਾ ਮੇਰੇ ਬਹੁਤ ਹੀ ਸਤਿਕਾਰਯੋਗ ਵੀਰ ਸ਼ੁਭਿੰਦਰ ਸ਼ਰਮਾ ਜੀ ਨੂੰ ਕਿ ਉਹ ਇਹ ਜਿਹੜਾ ਵੀਡੀਓ ਰਿਲੀਜ਼ ਕਰਨ ਜਾ ਰਹੇ ਆ ਉਹਦੇ ਬਾਰੇ ਆਪ ਜੀ ਨੂੰ ਜਾਣਕਾਰੀ ਦੇਣਗੇ ਸ਼ੁਭਿੰਦਰ ਸ਼ਰਮਾ जी सभी को नमस्कार मेरा नाम शुभेंद्र शर्मा है उत्तराखंड से आया हूँ 3 साल पहले हम लोगों ने पंजाब में जंगल लगाने का काम शुरू किया था पहला जंगल हमने पंजाब में इको सिख के साथ ही लगाया और बड़ी खुशी की बात है कि 400 इस तरीके के जंगल अब तक लग चुके हैं पिंड गेलपत्ती बठिंडा से ये प्रोजेक्ट शुरू हुआ गुरुद्वारे से शुरू किया था
गोल था कि गुरु नानक देव जी का 550वां जन्म दिवस ऐसे मनाएं कि 550 पेड़ों के छोटे छोटे जंगल जहां पर भी हमें मौका मिले लगा दिए जाए। उस वक्त हमें ये नहीं पता था कि ये प्रोजेक्ट सिर्फ पंजाब तक ही नहीं रुकेगा। हमें लगा कि पंजाब में एक छोटी सी एक रिलीजियस ऑर्गेनाइजेशन के साथ एक रिलीजियस पर्व मनाने के लिए एक छोटा सा प्रोजेक्ट शुरू हुआ है, पर इस प्रोजेक्ट की वजह से आज हम महाराष्ट्र में भी गुरु नानक सेक्रेड फॉरेस्ट लगा रहे हैं, पाकिस्तान में भी गुरु नानक सेक्रेड फॉरेस्ट लग गया, गुजरात में भी लग गए। तो जो नॉन सिख लोग हैं, चाहे वो इंडियन हो चाहे वो बाहर के लोग हो, उन सबको समझ में आ रहा है कि जंगल लगाने का ये काम हमें स्पिरिचुअलिटी से उतना ही आसानी से जोड़ता है जितना हमें किसी मंदिर या गुरुद्वारे में जाके जो शांति मिलती है या जो वातावरण मिलता है वो आप प्रकृति के साथ भी पा सकते हो। इस वजह से प्रोजेक्ट इतना बढ़ता चला गया कि हम लोगों को लगा कि ये सिर्फ इकोसिक तक ही लिमिटेड नहीं रहना चाहिए। पंजाब के इतने सारे लोग आगे बढ़ के आए, उन्होंने बोला कि हमें अपने गांव में जंगल लगाना है, हमें अपने खेत में लगाना है। हमारे भी हाथ बंधे हुए लिमिटेड है, इकोसिक की भी टीम लिमिटेड है, पर इन जंगलों को लगाने का जो पोटेंशियल है पंजाब जैसी जगह वो अनलिमिटेड है। इतनी सारी जमीन खुली हुई पड़ी है जिसपे सिर्फ पिछले 50-60 साल में केमिकल एग्रीकल्चर हुआ है, मिट्टी की पूरी जान जा चुकी है। हम लोग बेरी साहिब गुरुद्वारा से वापस आ रहे थे, 2 साल पहले की बात है। आप रोड पे खड़े होकर सांस भी नहीं ले सकते, इतनी पराली जल रही थी, इतना धुआं था। मैंने सांप मरे हुए जले हुए देखे, चिड़ियाएं उड़ उड़ के भाग रही थी, पेड़ों पर चिड़ियों के घोंसले थे, नीचे आग लगी पड़ी थी। आप सोचो उन जीव जंतुओं का क्या होता होगा। ऐसा दृश्य देखने के बाद आपको लगता है कि कुछ तो करना चाहिए, कुछ तो करना पड़ेगा। हम ऐसी धरती पे रह नहीं सकते। और अपने जीवन में अगर आपने इतना सब देख लिया है तो आप ऐसी धरती छोड़ के जा नहीं सकते, कुछ तो करना जरूरी था। अपनी तरफ से हम लोगों ने जितने छोटे मोटे जंगल लगाए, जितना प्रयास किया, उसकी वजह से 8-10 महीनों में ही कुछ इस तरह के दृश्य हमें देखने लगे। पेड़ों पर चिड़ियाएं वापस आने लगी, मिट्टी में आप खोद के देखो तो अर्थवर्म्स मिलते हैं। ये जो परिवर्तन देखा, ऐसा लगा कि इस मेथड में, जंगल लगाने के इस काम में वो ताकत है कि ये पंजाब की धरती को वापस उसके प्राकृतिक फॉर्म में ला सकती है। जैसे एक नेचुरल सॉइल होनी चाहिए जिस मिट्टी से खुशबू आए, वो वाली मिट्टी हमें वापस मिल सकती है इन जंगलों की वजह से। तो समझ में ये आया कि सिर्फ एक ऑर्गेनाइजेशन के लगाने से या सिर्फ मेरे कंसल्टिंग करने से, ट्रेनिंग करने से काम पूरा नहीं होगा। हमें इस मेथड को घर घर तक पहुंचाना है, बच्चे बच्चे तक पहुंचाना है। और चूंकि आजकल सारे लोग, जो पढ़ लिख भी नहीं सकता उसके हाथ में भी फोन है, जो पढ़ा लिखा है उसके हाथ में तो फोन है ही, इंटरनेट जगह जगह पहुंच चुका है। तो हमें समझ में आया कि पहले हमने ऐसी कुछ बुकलेट्स बनाई थी कि जंगल कैसे लगाएं, कोई किताब पढ़ के जंगल लगा सकता है। जितने हमने प्रजातियां लगाई थी सबकी लिस्ट उसमें डाल दी, कोशिश बहुत करी, पर उससे ये मेथड वहां नहीं पहुंचा जहां एक्चुअली से पहुंचना चाहिए। छोटे छोटे गाँव में जहाँ पे जमीनें बहुत है, जंगल लगाने का सारा सामान उपलब्ध है, पर लोग तो भी नहीं लगा पाते क्योंकि उन्हें टेक्निक नहीं पता। तो पिछले साल हम लोगों ने लॉकडाउन के दौरान, पिछले साल 2020 में जो हमारा गुरु नानक बाग है पत्तो हीरा सिंह गांव में, मोगा जिले में, वहां पर जाके कुछ वीडियो ट्यूटोरियल शूट किए इंग्लिश, हिंदी, पंजाबी में। और जब हमने इंग्लिश वाला रिलीज किया तो फ्रांस से, स्विट्जरलैंड से, यूके से लोगों ने बोला कि अरे मेथड हमने देखा। हमने शूट भले ही उसको पंजाब में किया था, पर चूंकि कुदरत हर जगह एक सा काम करती है, तो चाहे आप पंजाब में जंगल लगाना सिखा रहे हो, वही चीज स्विट्जरलैंड में भी काम आ सकती है, वही चीज कनाडा में भी काम आ सकती है। तो वो वीडियो बहुत चले, उसके बाद हिंदी वाला रिलीज किया और आज 28 फरवरी 2022 को हम लोग इसका पंजाबी वर्जन रिलीज करने जा रहे हैं।
तो ये वीडियो हमने शूट की है, उसकी एडिटिंग में बहुत टाइम लगा। हमें नहीं पता था कितना मुश्किल होता है एक छोटा सा जंगल लगाने का प्रोसेस किसी को वीडियो के माध्यम से सिखाना, पर उसको हमने 11 स्टेप्स में 11 चरणों में तोड़ दिया है। ये आप पहला चरण इसका देख रहे हो कि एक जंगल में खड़े होकर नवनीत जी बता रहे हैं कि ये जंगल 1 साल पुराना है, इसको हमने कैसे लगाया, और फिर साथ साथ जंगल हम लगाते रहे, वीडियो शूट करते रहे, और एक अच्छा सा 2-2.5 घंटे का मटेरियल तैयार हुआ है जिसका इस्तेमाल करके कोई भी पंजाब में रहने वाला तो जंगल लगा ही सकता है, पंजाब के बाहर रहने वालों के भी ये बहुत काम आएगा। और चूंकि ये पंजाब में शूट हुए हैं तो जो स्पीशीज, जो प्रजातियां हमने इसमें दिखाई हैं वो सब पंजाब की देसी प्रजातियां हैं। इसको देखने के बाद मुझे नहीं लगता किसी के पास कोई कमी रह जाएगी। जो जिस शिद्दत से जंगल हम लगाते हैं, इकोसिक के लोग लगाते हैं, उसी प्रिसीजन से, उसी गहराई से कोई भी इस मेथड को समझ के चाहे कितना भी छोटा हो या कितना भी बड़ा हो जंगल लगा सकता है। तो मुझे नहीं लगता हम लोग को किसी गवर्नमेंट पे या किसी स्कीम पे डिपेंडेंट रहना चाहिए। आप वीडियो देखो, आसपास से मटेरियल इकट्ठा करो और अपना जंगल लगाना शुरू कर दो। ये इस वीडियो का उद्देश्य है और यही इस प्रेस कॉन्फ्रेंस में हम लोग कहना चाहते हैं। थैंक यू। ਥੈਂਕ ਯੂ ਜੀ ਸੁਬਿੰਦਰ ਜੀ, ਬਹੁਤ ਬਹੁਤ ਧੰਨਵਾਦ ਤੁਹਾਡਾ। ਤੇ ਮੈਂ ਵੀ ਦੱਸਣਾ ਚਾਹੁੰਦਾ ਕਿ ਜਦੋਂ ਦੇ ਸੁਬਿੰਦਰ ਸ਼ਰਮਾ ਜੀ ਸਾਡੇ ਨਾਲ ਜੁੜੇ ਨੇ, ਇਹਨਾਂ ਨੂੰ ਪੰਜਾਬੀ ਬੋਲਣ, ਪੰਜਾਬੀ ਸਮਝ ਵੀ ਇਹਨਾਂ ਨੂੰ ਆਉਣ ਲੱਗ ਗਈ ਤੇ ਹੁਣ ਪੰਜਾਬੀ ਪੜ੍ਹਨ ਵੀ ਲੱਗ ਗਏ। ਸੋ ਇਹ ਆਪਣੇ ਆਪ 'ਚ ਬੜੀ ਖੁਸ਼ਖਬਰੀ ਹੈ ਕਿ ਪੰਜਾਬੀ ਆਪਣੇ ਵਿੱਚ ਇੱਕ ਕੰਟੇਜੀਅਸ ਡਿਜ਼ੀਜ਼ ਹੈ, ਕਿਸੇ ਨੂੰ ਵੀ ਇਹਦੇ ਵਿੱਚ ਉਹਨੂੰ ਪਕੜ ਲੈਂਦੀ ਹੈ ਬੜੀ ਤੇਜ਼ੀ ਦੇ ਨਾਲ। ਸੋ ਹੁਣ ਮੇਰੇ ਨਾਲ ਨੇ ਡਾਕਟਰ ਸੁਪ੍ਰੀਤ ਕੌਰ ਜੀ, ਜਿਹੜੇ ਕਿ ਇਕੋਸਿਕ ਇੰਡੀਆ ਦੇ ਪ੍ਰੈਜ਼ੀਡੈਂਟ ਨੇ, ਤੇ ਬਹੁਤ ਇਹਨਾਂ ਦੀ ਲੀਡਰਸ਼ਿਪ ਦੇ ਥੱਲੇ ਇਸ ਜਥੇਬੰਦੀ ਨੇ ਮਹੀਨਿਆਂ ਦੇ ਵਿੱਚ ਇੰਨੇ ਵੱਡੇ ਮਾਰਕੇ ਆਪਣੇ ਤੈਅ ਕੀਤੇ ਨੇ। ਸੋ ਡਾਕਟਰ ਸੁਪ੍ਰੀਤ ਕੌਰ ਜੀ ਹੁਣ ਆਪਣੇ ਵਿਚਾਰ ਰੱਖਣ। ਥੈਂਕ ਯੂ ਡਾਕਟਰ ਰਾਜਵੰਤ ਜੀ। ਸਭ ਤੋਂ ਪਹਿਲੇ ਤੇ ਡਾਕਟਰ ਰਾਜਵੰਤ ਜੀ ਦੀ ਵਿਜ਼ਨ ਹੈ ਜਿਹਦੇ ਕਰਕੇ ਅੱਜ ਅਸੀਂ ਇੱਥੇ ਖੜੇ ਹਾਂ, ਔਰ ਸ਼ੁਭੇਂਦੂ ਜੀ ਦੇ ਇੰਸਟੀਚਿਊਟ ਦਾ ਸਾਨੂੰ ਇੰਨਾ ਪਿਆਰ ਮਿਲਿਆ ਹੈ ਔਰ ਸਾਨੂੰ ਇੰਨਾ ਮਾਣ ਹੈ ਕਿ ਉਹਨਾਂ ਨੇ ਸਾਨੂੰ ਇਸ ਮੈਥੋਡੋਲੋਜੀ ਦੇ ਨਾਲ ਜਾਣੂ ਕਰਾਇਆ। ਸਾਡੇ ਨੌਜਵਾਨ ਪੰਜਾਬ ਦੇ ਪੁੱਤਰਾਂ ਧੀਆਂ ਨੂੰ ਇਹ ਮੈਥੋਡੋਲੋਜੀ ਨੂੰ ਸਿਖਾਇਆ, ਔਰ ਅੱਜ ਇੱਥੇ ਕਾਫੀ ਇਹ ਨੌਜਵਾਨ ਜਿਹੜੇ ਨੇ ਉਹ ਪ੍ਰੈਜ਼ੈਂਟ ਨੇ ਪ੍ਰੈਸ ਕਾਨਫਰੰਸ ਦੇ ਵਿੱਚ ਵੀ। ਅਸੀਂ ਚਾਹੁੰਦੇ ਸੀ ਕਿ ਉਹਨਾਂ ਨੂੰ ਅਸੀਂ ਤੁਹਾਡੇ ਸਾਹਮਣੇ ਰੱਖੀਏ ਔਰ ਦਿਖਾਈਏ ਕਿ ਇਹ ਨੌਜਵਾਨ ਨੇ ਜਿਹੜੇ ਇਕੋਸਿਕ ਦੀ ਟੀਮ ਨੇ ਔਰ ਜੰਗਲ ਲਗਾਉਣ ਦੇ ਵਿੱਚ ਇਹ ਮੈਥੋਡੋਲੋਜੀ ਨੂੰ ਅੱਗੇ ਲੈ ਕੇ ਜਾ ਰਹੇ ਨੇ। ਸੋ 400 ਜੰਗਲ ਆਸਾਨ ਨਹੀਂ ਹੁੰਦਾ। ਇੱਕ ਟੀਚਾ ਜਿਹੜਾ ਅਸੀਂ 1 ਮਿਲੀਅਨ ਦਾ ਰੱਖਿਆ ਉਹ ਵੀ ਇੱਕ ਵਿਜ਼ਨ ਸੀ। ਤੇ ਸਾਡੇ ਫੋਰੈਸਟ ਕਨਵੀਨਰ ਸਰਦਾਰ ਚਰਨ ਸਿੰਘ ਜੀ ਅੱਜ ਉਹ ਕਿਸੇ ਕਾਰਨ ਕਰਕੇ ਇੱਥੇ ਨਹੀਂ ਆ ਸਕੇ, ਉਹਨਾਂ ਦਾ ਇਹ ਮੰਨਣਾ ਹੈ ਕਿ ਹੁਣ ਜਿੱਥੇ ਇਕੋਸਿਕ ਖੜੀ ਹੈ ਉੱਥੋਂ ਦੀ ਅਸੀਂ ਜੇ ਵਾਅਦਾ ਕਰੀਏ, ਜੇ ਕੌਨਫੀਡੈਂਸ ਰੱਖੀਏ ਕਿ ਅਸੀਂ 2030 ਤੱਕ ਜਿਹੜੇ ਜੰਗਲ ਨੇ ਉਹਨਾਂ ਦਾ ਟੀਚਾ ਜਿਹੜਾ 10 ਮਿਲੀਅਨ ਵੀ ਇਕੋਸਿਕ ਨੂੰ ਜੇ ਦਿੱਤਾ ਜਾਵੇ ਤੇ ਇਕੋਸਿਕ ਇਹ ਸਮਰੱਥ ਆਰਗੇਨਾਈਜੇਸ਼ਨ ਹੈ ਜਿਹੜੀ ਕਿ ਉਹਨੂੰ ਅਚੀਵ ਕਰ ਸਕਦੀ ਹੈ। ਸੋ 2030 ਦੇ ਵਿੱਚ ਅਸੀਂ ਇਹ ਟਾਰਗੇਟ ਰੱਖ ਰਹੇ ਹਾਂ ਕਿ ਇਕੋਸਿਕ ਜਿਹੜੀ ਹੈ ਉਹ 10 ਮਿਲੀਅਨ ਰੁੱਖ ਜਿਹੜੇ ਹੈ ਉਹ ਇਹ ਜੰਗਲਾਂ ਦੇ ਥਰੂ ਲਗਾਉਣ ਦੇ ਸਹਿਯੋਗ ਆਫ ਕੋਰਸ ਇਹਦੇ ਵਿੱਚ ਸਾਰੀ ਸੰਗਤ ਦਾ ਚਾਹੀਦਾ ਹੈ, ਸਾਰੇ ਪਿੰਡਾਂ ਦਾ ਚਾਹੀਦਾ ਹੈ, ਸਾਰੇ ਸ਼ਹਿਰਾਂ ਦਾ ਚਾਹੀਦਾ ਹੈ, ਸਰਕਾਰ ਦਾ ਚਾਹੀਦਾ ਹੈ, ਜਿਹਦੇ ਨਾਲ ਅਸੀਂ ਇੱਥੇ ਪਹੁੰਚ ਸਕਦੇ ਹਾਂ। ਦੂਸਰੀ ਚੀਜ਼ ਜਿਹੜੀ ਮੈਂ ਇੱਥੇ ਹਾਈਲਾਈਟ ਕਰਨਾ ਚਾਹਾਂਗੀ ਕਿ ਇਹ ਟਿਊਟੋਰੀਅਲ ਸਾਰੀਆਂ ਭਾਸ਼ਾਵਾਂ ਦੇ ਵਿੱਚ ਹੋਣਗੇ, ਹਿੰਦੀ ਦੇ ਵਿੱਚ ਵੀ ਨੇ, ਪੰਜਾਬੀ ਦੇ ਵਿੱਚ ਵੀ ਨੇ, ਔਰ ਜਿਹਨੂੰ ਇੰਗਲਿਸ਼ ਸਮਝ ਲੱਗਦੀ ਹੈ ਉਹਨਾਂ ਲਈ ਇੰਗਲਿਸ਼ ਦੇ ਵਿੱਚ ਵੀ ਟਿਊਟੋਰੀਅਲਸ ਜਿਹੜੇ ਨੇ ਉਹ ਸਾਰਿਆਂ ਦੇ ਸਾਹਮਣੇ ਆਣਗੇ। ਇਹਦੇ ਨਾਲ ਇੱਕ ਹੋਰ ਅਨਾਉਂਸਮੈਂਟ ਜਿਹੜੀ ਅੱਜ ਅਸੀਂ ਪਲੇਟਫਾਰਮ ਤੋਂ ਕਰਨਾ ਚਾਹਦੇ ਹਾਂ ਉਹ ਹੈ ਇੰਡਸਟਰੀ ਦੇ ਸਹਿਯੋਗ ਦੀ। ਇਕੋਸਿਕ ਅੱਜਕੱਲ CSR ਕਾਰਪੋਰੇਟ ਸੋਸ਼ਲ ਰਿਸਪੌਂਸਿਬਿਲਿਟੀ ਦੇ ਅੰਡਰ ਫੋਰੈਸਟ ਜਿਹੜੇ ਨੇ ਉਹ ਲਗਾ ਰਿਹਾ ਸੀ। ਕਾਫੀ ਇੰਡਸਟਰੀਅਲਿਸਟ ਨੇ ਲੁਧਿਆਣੇ ਦੇ, ਪੰਜਾਬ ਦੇ ਜਿਹੜੇ ਸਾਨੂੰ ਅਪਰੋਚ ਕਰ ਰਹੇ ਨੇ ਕਿਉਂਕਿ ਇੰਡਸਟਰੀ ਕੋਲ CSR ਦੇ ਫੰਡਸ ਹੁੰਦੇ ਨੇ ਔਰ ਉਹ ਇਹਨਾਂ ਨੂੰ ਕਾਰਪੋਰੇਟ ਸੋਸ਼ਲ ਰਿਸਪੌਂਸਿਬਿਲਿਟੀ ਆਪਣੇ ਨਿਭਾਉਣ ਵਾਸਤੇ ਯੂਜ਼ ਕਰਨਾ ਚਾਹੁੰਦੇ ਨੇ ਔਰ ਬਹੁਤ ਆਰਗੇਨਾਈਜੇਸ਼ਨਸ ਅੱਗੇ ਆ ਰਹੀਆਂ। ਐਂਜਲ ਵੈਲੀ ਸਕੂਲ ਦੇ ਵਿੱਚ ਜਿਹੜਾ ਹੈ, ਹਾਲਾਂਕਿ ਉਹ CSR ਨਹੀਂ ਹੈ ਬਟ ਉਹ ਪੰਜਾਬ ਦਾ ਸਭ ਤੋਂ ਵੱਡਾ ਜੰਗਲ ਜਿਹੜਾ ਹੈ ਉਹ ਰਾਜਪੁਰੇ ਦੇ ਵਿੱਚ ਹੈ, ਐਂਜਲ ਵੈਲੀ ਸਕੂਲ ਦੇ ਵਿੱਚ, ਜਿੱਥੇ ਇੱਕ ਜਗ੍ਹਾ ਤੇ 11,000 ਰੁੱਖ ਜਿਹੜੇ ਨੇ ਉਹ ਥਰਾਈਵ ਕਰ ਰਹੇ ਨੇ। ਪੰਜਾਬੀ ਦੀ ਬੜੀ ਮਸ਼ਹੂਰ ਕਹਾਵਤ ਹੈ ਪ੍ਰਤੱਖ ਨੂੰ ਪ੍ਰਮਾਣ ਕੀ। ਜਦੋਂ ਅਸੀਂ 2019 ਦੇ ਵਿੱਚ ਇਹ ਗੱਲ ਕਹਿੰਦੇ ਸੀ ਤੇ ਸਾਨੂੰ ਗੁਰੂ ਨਾਨਕ ਨੇ ਆਪਣੀ ਵਿਜ਼ਨ ਪਵਨ ਗੁਰੂ ਪਾਣੀ ਪਿਤਾ ਮਾਤਾ ਤਟ ਮਹਤ ਦੇ ਨਾਲ ਇਹ ਰਸਤਾ ਦਿਖਾਇਆ, ਸ਼ੁਭੇਂਦੂ ਜੀ ਨਾਲ ਮਿਲਾਇਆ
ਇਹ ਫੋਰੈਸਟ ਦੇ ਮੈਂਬਰਸ ਨਾਲ ਸਾਨੂੰ ਜਾਣੂ ਕਰਵਾਇਆ ਔਰ ਰਸਤਾ ਸਾਡੇ ਲਈ ਖੋਲ ਦਿੱਤਾ। ਔਰ ਹੁਣ ਅਸੀਂ ਕਿਸੇ ਦੇ ਕੋਲ ਨਹੀਂ ਜਾਂਦੇ, ਲੋਕ ਸਾਨੂੰ ਅਪਰੋਚ ਕਰਦੇ ਨੇ। ਸੋ ਇਸ ਪਲੇਟਫਾਰਮ ਤੋਂ ਅਸੀਂ ਇੰਡਸਟਰੀ ਨੂੰ ਵੀ ਰਿਕੁਐਸਟ ਕਰਨਾ ਚਾਹਾਂਗੇ ਕਿ ਜੋ CSR ਦੀ ਐਕਟੀਵਿਟੀਜ਼ ਉਹ ਕਰਦੇ ਨੇ ਉਹਦੇ ਵਿੱਚ ਉਹ ਗੁਰੂ ਨਾਨਕ ਪਵਿੱਤਰ ਜੰਗਲ ਲਗਾ ਕੇ ਸਾਡਾ ਇਹ ਸਹਿਯੋਗ ਜਿਹੜਾ ਉਹ ਦੇਣ, ਤਾਂ ਕਿ ਅਸੀਂ ਇਹਨੂੰ ਪੁਰਜ਼ੋਰ ਹੋਰ ਕੋਸ਼ਿਸ਼ ਨਾਲ ਔਰ ਅਸੀਂ ਉਹਨਾਂ ਦੀ ਸੇਵਾ ਵਿੱਚ ਹਮੇਸ਼ਾ ਇੱਥੇ ਜਿਹੜਿਆ ਉਹ ਤਿਆਰ ਹਾਂ ਇਕੋਸਿਕ ਦੇ ਵਿੱਚ। ਥੈਂਕ ਯੂ ਭੈਣ ਜੀ, ਬਹੁਤ ਬਹੁਤ ਧੰਨਵਾਦ ਜੀ। ਤੇ ਮੈਂ ਇੱਕ ਤੁਹਾਨੂੰ ਤਸਵੀਰ ਦਿਖਾਣਾ ਚਾਹੁੰਦਾ। ਇਹ ਤਸਵੀਰ ਜਿਹੜੇ ਪੰਜਾਬ ਦੇ ਵਿੱਚ ਇਸ ਵੇਲੇ ਜੰਗਲ ਲੱਗੇ ਨੇ, ਤੇ ਤੁਸੀਂ ਵੀ ਖੋਲ ਲਓ ਜੀ ਆ ਪੇਜ, ਸੈਂਟਰ ਪੇਜ ਹੈ। ਇਹ ਪੰਛੀ ਜਿਹੜੇ ਕਿ ਇਸ ਵੇਲੇ ਤੁਹਾਨੂੰ ਸਾਡਾ ਵਿਸ਼ਵਾਸ ਹੈ ਕਿ 99% ਜਿਹੜੇ ਸਾਡੇ ਪੰਜਾਬ ਦੇ ਬੱਚੇ ਨੇ, ਨੌਜਵਾਨ ਨੇ, ਉਹਨਾਂ ਨੇ ਕਦੀ ਇਹ ਪੰਛੀਆਂ ਨੂੰ ਦੇਖਿਆ ਵੀ ਨਹੀਂ ਹੋਏਗਾ। ਸਾਡੇ ਜਿਹੜੇ ਇੱਥੋਂ ਦੇ ਜੰਮੇ ਪਲੇ ਬੱਚੇ ਨੇ ਉਹਨਾਂ ਨੂੰ ਕਦੀ ਐਕਸਪੋਜ਼ਰ ਹੀ ਨਹੀਂ ਮਿਲਿਆ ਹੋਏਗਾ ਕਿ ਇਸ ਕਿਸਮ ਦੇ ਟਿੱਡੇ, ਇਸ ਕਿਸਮ ਦੇ ਜਿਹੜੇ ਛੋਟੇ ਜੀਵ ਜੰਤੂ, ਇਹ ਜਿਹੜੀਆਂ ਮਧੂਮੱਖੀਆਂ ਨੇ, ਤਿਤਲੀਆਂ ਨੇ, ਇਹ ਖਾਸ ਕਰਕੇ ਸਾਰੇ ਦੇ ਸਾਰੀਆਂ ਜਿਹੜੀਆਂ ਪਿਕਚਰਸ ਨੇ, ਇਹ ਅਸੀਂ ਗੁਰੂ ਨਾਨਕ ਪਵਿੱਤਰ ਜੰਗਲ ਦੇ ਵਿੱਚੋਂ, ਪੰਜਾਬ ਦੇ ਜੰਗਲਾਂ ਦੇ ਵਿੱਚੋਂ ਐਕਚੁਅਲ ਫੋਟੋਜ਼ ਨੇ, ਉਹ ਅਸੀਂ ਇਸ ਰਿਪੋਰਟ ਦੇ ਵਿੱਚ ਰਿਲੀਜ਼ ਕੀਤੇ ਨੇ। ਕਹਿਣ ਦਾ ਮਤਲਬ ਇਹ ਹੈ ਕਿ ਇੱਕ ਜੰਗਲ ਦੇ ਰਾਹੀਂ ਤੁਸੀਂ ਪੰਜਾਬ ਦੀ ਸਾਰੀ ਜਿਹੜੀ ਬਾਇਓਡਾਇਵਰਸਿਟੀ ਹੈ, ਜਿਸ ਕਰਕੇ ਸਾਰੀ ਧਰਤੀ ਉਪਜਾਊ ਬਣਦੀ ਹੈ, ਇਸ ਧਰਤੀ ਨੂੰ ਨਵਾਂ ਰੰਗ ਚੜ੍ਹਦਾ ਹੈ, ਨਵਾਂ ਰੂਪ ਪੈਦਾ ਬਣਦਾ ਹੈ। ਇਹ ਘਰ ਘਰ ਜੇ ਅਸੀਂ ਇਹ ਜੰਗਲ ਲਗਾਵਾਂਗੇ ਤੇ ਇਹ ਜਿਹੜਾ ਪੰਜਾਬ ਦਾ ਜਿਹੜਾ ਇੱਥੋਂ ਦਾ ਜਿਹੜਾ ਸਰਮਾਇਆ ਹੈ, ਜਿਹੜਾ ਨੈਚੁਰਲ ਸਰਮਾਇਆ ਹੈ, ਉਹਨੂੰ ਦੁਬਾਰਾ ਅਸੀਂ ਮੁੜ ਸੁਰਜੀਤ ਕਰ ਸਕਦੇ ਹਾਂ। ਤੇ ਵੀਰੋ ਤੇ ਭੈਣੋ, ਆਪ ਜੀ ਨੂੰ ਇਹ ਵੀ ਦੱਸਣਾ ਚਾਹੁੰਦੇ ਹਾਂ, ਜਿੱਥੇ ਇੰਨੀਆਂ ਖੁਸ਼ਖਬਰੀਆਂ ਤੁਹਾਨੂੰ ਅਸੀਂ ਸ਼ੇਅਰ ਕਰ ਰਹੇ ਹਾਂ, ਕਿ ਸਾਨੂੰ ਇਸ ਗੱਲ ਦਾ ਵੀ ਗਿਆਤ ਰਹਿਣਾ ਚਾਹੀਦਾ ਹੈ ਕਿ ਪੰਜਾਬ ਦਾ ਜਿਹੜਾ ਇਸ ਵੇਲੇ ਫੋਰੈਸਟ ਏਰੀਆ ਹੈ, ਪੰਜਾਬ ਦਾ ਜਿਹੜਾ ਜੰਗਲਾਤ ਹੈ, ਉਹ ਸਿਰਫ ਤੇ ਸਿਰਫ 4% ਤੋਂ ਥੱਲੇ ਰਹਿ ਚੁੱਕਿਆ ਹੈ। 3.5 ਇਸ ਵੇਲੇ ਜੰਗਲ ਦਾ ਏਰੀਆ ਹੈ। ਤੇ ਜਦ ਕਿ ਹੋਣਾ ਚਾਹੀਦਾ ਹੈ, ਪਵਨੀਤ ਸਿੰਘ, ਕਿੰਨਾ ਕੁ ਫੋਰੈਸਟ ਏਰੀਆ ਹੋਣਾ ਚਾਹੀਦਾ ਜੀ? ਗਵਰਨਮੈਂਟ ਨੋਰਮਸ ਦੇ ਹਿਸਾਬ ਨਾਲ 30% ਏਰੀਆ ਇਹਨਾਂ ਨੂੰ ਚਾਹੀਦਾ, ਜਿਹਦੇ ਨਾਲ ਸਾਡੀ ਆਕਸੀਜਨ ਦੀ ਰਿਕੁਆਇਰਮੈਂਟ ਪੂਰੀ ਹੋ ਸਕੇ। 30% ਪੰਜਾਬ ਦਾ ਜਿਹੜਾ ਏਰੀਆ ਉਹ ਫੋਰੈਸਟ, ਡੈਂਸ ਫੋਰੈਸਟ ਨਾਲ ਕਵਰ ਹੋਣਾ ਚਾਹੀਦਾ ਹਿਸਾਬ ਨਾਲ। ਬਿਲਕੁਲ ਜੀ। ਸੋ ਤੁਸੀਂ ਦੇਖ ਸਕਦੇ ਹੋ ਕਿ ਜਿਹੜੀਆਂ ਇਹਨਾਂ ਫੋਰੈਸਟ ਦੇ ਰੁੱਖਾਂ ਦੇ ਘਾਟ ਕਰਕੇ ਪੰਜਾਬੀਆਂ ਦੀਆਂ ਅੱਧੀਆਂ ਬਿਮਾਰੀਆਂ ਤਾਂ ਉਸ ਕਰਕੇ ਨੇ। ਸੋ ਇਹ ਜਿਹੜਾ ਗੁਰੂ ਨਾਨਕ ਪਵਿੱਤਰ ਜੰਗਲ ਹੈ, ਸਿਰਫ ਇਹ ਖੁਸ਼ ਕਰਨ ਲਈ ਨਹੀਂ ਅਸੀਂ ਇਹ ਗੱਲ ਕਹਿ ਰਹੇ, ਬਲਕਿ ਪੰਜਾਬ ਦੇ ਸਵਸਥ ਹੋਣ ਦੇ ਨਾਲ ਜੁੜੀ ਹੋਈ ਗੱਲ ਹੈ। ਪੰਜਾਬ ਦੀ ਬਾਇਓਡਾਇਵਰਸਿਟੀ ਨੂੰ ਮੁੜ ਸੁਰਜੀਤ ਕਰਨ ਵਾਲੀ ਦੀ ਗੱਲ ਹੈ। ਤੇ ਨਾਲ ਦੀ ਨਾਲ ਜਿਹੜਾ ਸਾਡਾ ਪੰਜਾਬ ਦਾ ਸਰਮਾਇਆ ਹੈ, ਸਾਡਾ ਵਿਰਸਾ ਹੈ, ਇਹ ਜਿਹੜੇ ਸਾਡੇ ਅਲੋਪ ਹੋ ਰਹੇ ਰੁੱਖ ਨੇ, ਉਹਨਾਂ ਨੂੰ ਦੁਬਾਰਾ ਸੁਰਜੀਤ ਕਰਨ ਦੀ ਗੱਲ ਹੈ। ਤੇ ਮੇਰੇ ਨਾਲ ਮੈਨੂੰ ਦੱਸਦੇ ਬੜੀ ਖੁਸ਼ੀ ਹੋ ਰਹੀ ਹੈ, ਸਰਦਾਰ ਗੁਰਵਿੰਦਰ ਸਿੰਘ ਜੀ, ਗੁਰਵਿੰਦਰਪਾਲ ਸਿੰਘ ਜੀ ਆਏ ਹੋਏ ਨੇ ਜੀ। ਇਹ ਬੜੇ ਨਾਮਵਰ ਇੰਡਸਟਰੀਅਲਿਸਟ ਨੇ ਲੁਧਿਆਣੇ ਦੇ ਵਿੱਚ, ਤੇ ਇਹਨਾਂ ਨੇ ਆਪਣੇ ਇੰਡਸਟਰੀ ਦੇ ਵਿੱਚ ਬੜਾ ਤਕੜਾ ਇੱਕ ਜੰਗਲ ਲਗਵਾਇਆ ਜੀ, 2200 ਰੁੱਖਾਂ ਦਾ। ਤੇ ਜਿਹੜੀ ਹੋਰ ਵੀ ਖੁਸ਼ੀ ਦੀ ਗੱਲ ਹੈ ਕਿ ਜਦੋਂ ਪੰਜਾਬੀ ਕਿਸੇ ਕੰਮ ਲਈ ਜੁਟ ਜਾਣ ਤੇ ਉਹਨਾਂ ਦਾ ਦਿਲ ਇੰਨਾ ਵੱਡਾ ਹੈ ਕਿ ਆਪਾਂ ਸਾਰੇ ਇਤਿਹਾਸ ਦੇ ਵਿੱਚ ਦੇਖਦੇ ਹਾਂ ਕਿ ਪੰਜਾਬੀਆਂ ਨੇ ਮੱਲਾਂ ਮਾਰੀਆਂ ਨੇ। ਇੱਕ ਤਾਂ ਇਹਨਾਂ ਦੀ ਮਿਹਨਤ ਹੁੰਦੀ ਹੈ, ਤੇ ਦੂਜਾ ਜਿਹੜਾ ਮੈਗਨੈਨਿਮਸ ਜਿਹੜਾ ਇਹਨਾਂ ਦਾ ਹਾਰਟ ਹੁੰਦਾ ਹੈ, ਮੈਨੇ ਦਿਲ ਖੋਲ ਕੇ ਇਹ ਕਿਸੇ ਕੰਮ ਨੂੰ ਮੋਢਾ ਦਿੰਦੇ ਨੇ। ਸੋ ਗੁਰਵਿੰਦਰਪਾਲ ਸਿੰਘ ਜੀ ਨੇ ਆਪਣੇ ਜਿਹੜਾ ਇੰਡਸਟਰੀ ਦੇ ਵਿੱਚ ਸਾਨੂੰ ਇੱਕ ਨਰਸਰੀ ਲਗਾਉਣ ਦੀ ਜਿਹੜੀ ਥਾਂ ਦਿੱਤੀ, ਜਿਹਦੇ ਵਿੱਚ ਇਸ ਵੇਲੇ ਹੁਣ 25000 ਤੋਂ ਜਿਹੜੇ ਵੱਧ ਰੁੱਖ ਨੇ, ਜਿਹੜੇ ਪੰਜਾਬ ਦੇ ਦੇਸੀ ਰੁੱਖਾਂ ਦੀ ਜਿਹੜੀ ਨਰਸਰੀ, ਇਹਨਾਂ ਦੇ ਉੱਥੇ ਫੈਕਟਰੀ ਦੇ ਵਿੱਚ। ਹਰ ਰੋਜ਼ ਇਹਨਾਂ ਨੂੰ ਇਸ ਗੱਲ ਦਾ ਫਿਕਰ ਰਹਿੰਦਾ ਹੈ ਕਿ ਇਹ ਰੁੱਖ ਕਿਤੇ ਮਰ ਤਾਂ ਨਹੀਂ ਗਏ। ਇਹਨਾਂ ਨੇ ਉੱਥੇ ਫੁੱਲ ਟਾਈਮ ਨਾਲ ਮਾਲੀ ਰੱਖਿਆ ਹੋਇਆ, ਜਿਹੜੀ ਦੇਖ ਰੇਖ ਕਰਦੇ ਨੇ। ਤੇ ਆਪ ਜੀ ਨੂੰ ਤੁਹਾਨੂੰ ਸੁਣਾਵਾਂਗੇ ਉਹ ਵੀਡੀਓ, ਜਿਹੜੀ ਕਿ ਵੀਡੀਓ ਅਸੀਂ ਵੈਟੀਕਨ ਚਲਾਈ, ਜਿਹੜੀ ਵੀਡੀਓ ਦਾਸ ਨੇ ਵਾਈਟ ਹਾਊਸ ਦੇ ਵਿੱਚ ਚਲਾਈ, ਪ੍ਰੈਜ਼ੀਡੈਂਟ ਬਾਈਡਨ ਦੇ ਜਿਹੜੇ ਐਡਵਾਈਜ਼ਰ ਸੀਗੇ ਉਹਨਾਂ ਨੂੰ ਸੁਣਾਈ। ਇਹ ਵੀਡੀਓ ਮੈਂ COP ਦੇ ਵਿੱਚ, COP 26 ਦੇ ਵਿੱਚ ਗਲਾਸਗੋ ਦੇ ਵਿੱਚ 200 ਤੋਂ ਵੱਧ ਜਿਹੜੇ ਵਰਲਡ ਦੇ ਟੌਪ ਸਾਇੰਟਿਸਟ ਤੇ এনवायरमेंटलिस्ट ਲੀਡਰ ਇਕੱਠੇ ਹੋਏ ਸੀਗੇ, ਉੱਥੇ ਉਹ ਵੀਡੀਓ ਸੁਣਾਈ ਪੰਜਾਬ ਦੇ ਨੌਜਵਾਨਾਂ ਦੀ। ਉਹ ਵੀਡੀਓ ਵੀ ਤੁਹਾਨੂੰ ਦਿਖਾਵਾਂਗੇ। ਤੇ ਜਿਹੜੀ ਇਹਨਾਂ ਦੇ ਜੰਗਲ, ਇਹਨਾਂ ਦੇ ਲੱਗੇ ਹੋਏ ਇੰਡਸਟਰੀ ਦੇ ਵਿੱਚ ਜਿਹੜੇ ਜੰਗਲ ਦੀਆਂ ਆਵਾਜ਼ਾਂ ਨੇ, ਉਹ ਵੀ ਤੁਹਾਨੂੰ ਸੁਣਾਵਾਂਗੇ, ਜਿਹੜੀ ਕਿ ਸਾਰੀ ਦੁਨੀਆ ਦੇ ਵਿੱਚ ਗੂੰਜੀਆਂ ਨੇ। ਗੁਰਵਿੰਦਰਪਾਲ ਸਿੰਘ ਸਾਰੇ ਆਏ ਕਿਤਨੋਂ ਦਾ ਬਹੁਤ ਬਹੁਤ ਧੰਨਵਾਦ। ਇਹ 3 ਸਾਲ ਤੋਂ ਇਸ ਮੁਹਿੰਮ ਦੇ ਨਾਲ
ਮੈਨੂੰ ਜੁੜਨ ਦਾ ਮੌਕਾ ਮਿਲਿਆ। ਸ਼ੁਰੂ ਦੇ ਵਿੱਚ ਇੱਕਦਮ ਹੀ ਸਲੋ ਪੇਸ ਤੇ ਸੀ, ਪਰ ਹਮੇਸ਼ਾ ਜਦੋਂ ਵੀ ਜੰਗਲ ਲਾਉਣ ਦੀ ਗੱਲ ਆਉਂਦੀ ਸੀ, ਜਦੋਂ ਵੀ ਜੰਗਲ ਲਗਾਉਣ ਦੀ ਗੱਲ ਆਉਂਦੀ ਸੀ, ਉਦੋਂ ਹੀ ਇਹ ਫਿਕਰ ਲੱਗ ਜਾਂਦਾ ਸੀ ਵੀ ਬੂਟੇ ਇਕੱਠੇ ਕਿੱਦਾਂ ਹੋਣਗੇ। ਜੰਗਲਾਤ ਡਿਪਾਰਟਮੈਂਟ ਚੋਂ ਜਦੋਂ ਇਕੱਠੇ ਕਰਨ ਜਾਣੇ 5 ਵੈਰਾਈਟੀਆਂ 4 ਵੈਰਾਈਟੀਆਂ 2 ਵੈਰਾਈਟੀਆਂ, ਤੀਜਾ ਸਾਡਾ ਸੀ ਵੀ ਘੱਟੋ ਘੱਟ 40 ਵੈਰਾਈਟੀਜ਼ ਜਾਂ 50 ਵੈਰਾਈਟੀਆਂ ਦੇ ਬੂਟੇ ਜਿਹੜੇ ਨੇਟਿਵ ਸਪੀਸ਼ੀਜ਼ ਨੇ ਉਹ ਲਗਾਏ ਜਾਣ। ਪਰ ਹਰ ਵੇਲੇ ਇਹੀ ਦਿੱਕਤ ਰਹਿੰਦੀ ਸੀ ਵੀ ਕਦੀ ਦੁਰਾਹੇ ਤੋਂ ਬੂਟੇ ਮਿਲਦੇ ਨੇ, ਕਦੀ ਖੰਨੇ ਦੀ ਨਰਸਰੀ ਤੋਂ ਮਿਲਦੇ ਨੇ, ਕਦੀ ਫਿਰੋਜ਼ਪੁਰ ਰੋਡ ਤੋਂ ਮਿਲਦੇ ਨੇ। ਉਸ ਤੋਂ ਬਾਅਦ ਇਹਨਾਂ ਨੇ ਸੁਜੈਸਟ ਕੀਤਾ ਵੀ ਅਸੀਂ ਇੱਕ ਨਰਸਰੀ ਬਣਾ ਲਈਏ, ਤੇ ਨਰਸਰੀ ਬਣਾਉਣ ਲਈ ਕਹਿੰਦੇ ਸਾਡੇ ਕੋਲ ਇੰਫਰਾਸਟ੍ਰਕਚਰ ਨਹੀਂ ਹੈਗਾ, ਜਗ੍ਹਾ ਨਹੀਂ ਹੈਗੀ। ਤੇ ਮੈਂ ਆਪਣੀ ਫੈਕਟਰੀ ਦੇ ਵਿੱਚ ਇਹਨਾਂ ਨੂੰ ਜਗ੍ਹਾ ਪ੍ਰੋਵਾਈਡ ਕੀਤੀ ਹੈ, ਉਹਦੇ ਉੱਤੇ ਗ੍ਰੀਨ ਹਾਊਸ ਬਣਾ ਕੇ ਦਿੱਤਾ, ਔਰ ਹਰ ਵੇਲੇ ਉੱਥੇ 25 ਤੋਂ 30 ਹਜ਼ਾਰ ਜਿਹੜੇ ਪਨੀਰੀ ਹੈ ਉਹ ਰੁੱਖਾਂ ਦੀ ਹਰ ਵੇਲੇ ਤਿਆਰ ਮਿਲਦੀ ਹੈ। ਜੀਵਨ ਬਣਾਉਣ ਦਾ ਅਰੇਂਜਮੈਂਟ ਵੀ ਉੱਥੇ ਹੈ, ਜਿਹੜੀਆਂ ਸਟਿਕਸ ਲਗਾਉਂਦੇ ਆ ਉਹ ਵੀ ਉੱਥੇ ਹੈ, ਟੂਲ ਜਿਹੜੇ ਯੂਜ਼ ਹੁੰਦੇ ਨੇ ਉਹ ਵੀ ਹਰ ਵੇਲੇ ਅਵੇਲੇਬਲ ਹੁੰਦੇ ਨੇ। ਜਦੋਂ ਇਹਨਾਂ ਦਾ ਕੋਈ ਵੀ ਜੰਗਲ ਰੈਡੀ ਹੁੰਦਾ 3 ਦਿਨ ਚ 4 ਦਿਨ ਚ, ਤੇ 1 ਘੰਟੇ ਦੇ ਵਿੱਚ ਟੈਂਪੋ ਹੁੰਦਾ ਤੇ ਅਸੀਂ ਲੋਡ ਕਰਾ ਕੇ ਇਹਨਾਂ ਨੂੰ ਉਸੇ ਵੇਲੇ ਪ੍ਰੋਵਾਈਡ ਕਰਾ ਦਿੰਦੇ ਆ, ਤੇ 6 ਘੰਟੇ ਦੇ ਬਾਅਦ ਪਲਾਂਟੇਸ਼ਨ ਸਟਾਰਟ ਹੁੰਦੀ ਹੈ। ਕੋਈ ਬੂਟੇ ਲੱਗਣ ਦੇ ਨਾਲ ਇਸ ਮੁਹਿੰਮ ਨੂੰ ਕਾਫੀ ਚੰਗਾ ਬੁਲਾਰਾ ਮਿਲਿਆ, ਤੇ ਸਾਨੂੰ ਵੀ ਖੁਸ਼ੀ ਹੁੰਦੀ ਹੈ ਵੀ ਜੀ ਵੱਧ ਤੋਂ ਵੱਧ ਬੂਟੇ ਲਗਾਉਣ ਦੇ ਵਿੱਚ ਸਹਿਯੋਗ ਕਰਦੇ ਹਾਂ। ਤੇ ਅਸੀਂ ਆਪਣੇ ਫੈਕਟਰੀ ਦੇ ਵਿੱਚ 22 ਪਲਾਂਟ ਦਾ ਇੱਕ ਜੰਗਲ ਲਗਾਇਆ ਹੋਇਆ, ਜਿਹੜਾ ਕਿ ਕਾਫੀ ਪ੍ਰਫੁੱਲਤ ਹੈ। ਉਸ ਤੋਂ ਇਲਾਵਾ ਅਸੀਂ ਤਕਰੀਬਨ 150-200 ਫਰੂਟ ਪਲਾਂਟਸ ਲਗਾਏ ਨੇ, ਤੇ 2 ਏਕੜ ਦੇ ਵਿੱਚ ਅਸੀਂ ਆਰਗੈਨਿਕ ਵੈਜੀਟੇਬਲਸ ਲਗਾਈਆਂ ਹੋਈਆਂ। ਜਿਹੜੀਆਂ ਵੀ ਵੈਜੀਟੇਬਲਸ ਹੁੰਦੀਆਂ ਅਸੀਂ ਫੈਕਟਰੀ ਦੇ ਵਰਕਰਸ ਨੂੰ ਸ਼ਾਮ ਨੂੰ ਫ੍ਰੀ ਡਿਸਟ੍ਰੀਬਿਊਟ ਕਰ ਦਿੰਦੇ ਹਾਂ। ਸੋ ਮੈਂ ਇਹਨਾਂ ਦਾ ਧੰਨਵਾਦ ਕਰਦਾ ਕਿ ਜਿਨ੍ਹਾਂ ਨੇ ਇਹ ਸੇਵਾ ਸਾਨੂੰ ਦਿੱਤੀ ਹੈ, ਤੇ ਅਸੀਂ ਕੁਦਰਤ ਦੇ ਨਾਲ ਜੁੜ ਕੇ ਆਪਣੇ ਸਮਾਜ ਦੀ ਸੇਵਾ ਕਰ ਪਾ ਰਹੇ ਹਾਂ। ਵੀਰੋ ਤੇ ਭੈਣੋ, ਮੈਂ ਉਹ ਵੀਡੀਓ ਤੁਹਾਨੂੰ ਦਿਖਾਣਾ ਚਾਹੁੰਦਾ ਜਿਹੜੀ ਵੀਡੀਓ ਅਸੀਂ ਵੈਟੀਕਨ ਦੇ ਵਿੱਚ ਪੋਪ ਦੇ ਨਾਲ ਜਿਹੜੇ ਦੁਨੀਆ ਦੇ ਜਿਹੜੇ ਨਾਮਵਰ ਧਾਰਮਿਕ ਹਸਤੀਆਂ ਆਈਆਂ ਸਨ, ਉਹ ਇਹ ਵੀਡੀਓ ਚਲਾਈ ਗਲਾਸਗੋ ਦੇ ਵਿੱਚ ਚਲਾਈ, ਜਿੱਥੇ ਯੂਨਾਈਟਿਡ ਨੇਸ਼ਨਸ ਦੀ ਕਾਨਫਰੰਸ ਚੱਲ ਰਹੀ ਸੀ ਕਲਾਈਮੇਟ ਦੇ ਉੱਤੇ। ਇਹ ਵੀਡੀਓ ਵਾਈਟ ਹਾਊਸ ਦੇ ਵਿੱਚ ਵੀ ਸੁਣਾਈ ਗਈ ਹੈ, ਤੇ ਇਸ ਵੀਡੀਓ ਦੇ ਨਾਲ ਤੁਸੀਂ ਦੇਖੋਗੇ ਕਿ ਜਿਹੜੀ ਪੰਜਾਬੀਆਂ ਦੀ ਸਿੱਖ ਨੌਜਵਾਨਾਂ ਦੀ ਇੱਕ ਜਿਹੜੀ ਛਵੀ ਘੜੀ ਗਈ ਹੈ ਕਿ ਇਹ ਨਸ਼ਈ ਨੇ, ਇਹ ਵਿਹਲੜ ਨੇ, ਇਹ ਕੰਮ ਨਹੀਂ ਕਰਦੇ, ਇਹ ਬਾਹਰ ਭੱਜਦੇ ਨੇ, ਉਹ ਸਾਰੀ ਇਮੇਜ ਨੂੰ ਤੋੜਦੀ ਹੈ ਤੇ ਇਹ ਦਿਖਾਉਂਦੀ ਹੈ ਕਿ ਇਹ ਜਿਹੜੇ ਇੱਥੋਂ ਦੇ ਨੌਜਵਾਨ ਜੇ ਜੁਟ ਜਾਣ ਕਿਸੇ ਚੰਗੇ ਪਾਸੇ ਤੇ ਉਹ ਇਸ ਦੁਨੀਆ ਨੂੰ ਬਦਲ ਸਕਦੇ ਨੇ। ਤੇ ਮੈਂ ਤੁਹਾਨੂੰ ਇਹ ਵੀ ਖੁਸ਼ਖਬਰੀ ਦੇਣਾ ਚਾਹੁੰਦਾ ਕਿ ਇਸ ਵੀਡੀਓ ਨੂੰ ਦੇਖਣ ਤੋਂ ਬਾਅਦ ਸਾਨੂੰ ਤਹਿਰਾਨ ਤੋਂ ਜਿਹੜਾ ਆਇਤੋਲਾ ਸੀ ਉਹਨਾਂ ਦੀ ਇਨਵੀਟੇਸ਼ਨ ਆਈ ਹੈ ਕਿ ਇੱਕ ਜੰਗਲ ਤੁਸੀਂ ਆ ਕੇ ਈਰਾਨ 'ਚ ਲਗਾਓ। ਸਾਨੂੰ ਇਜ਼ਰਾਈਲ ਤੋਂ ਯਹੂਦੀਆਂ ਦੇ ਇੱਕ ਧਾਰਮਿਕ ਨੇਤਾ ਵੱਲੋਂ ਇਨਵੀਟੇਸ਼ਨ ਆਇਆ ਕਿ ਇੱਕ ਜੰਗਲ ਉੱਥੇ ਲਗਾਓ। ਬ੍ਰਾਜ਼ੀਲ ਤੋਂ ਇਨਵੀਟੇਸ਼ਨ ਆਇਆ ਹੈ। ਸੋ ਥਾਂ ਥਾਂ ਦੇ ਉੱਤੇ ਇਸ ਵੀਡੀਓ ਕਰਕੇ ਲੋਕਾਂ ਨੂੰ ਬਹੁਤ ਇੱਕ ਚੰਗੀ ਛਵੀ ਜਿਹੜੀ ਹੈ ਪੰਜਾਬ ਦੀ ਲੋਕਾਂ ਨੂੰ ਨਜ਼ਰ ਆਈ ਹੈ। ਸੋ ਅਸੀਂ ਵੀਡੀਓ ਤੁਹਾਨੂੰ ਦਿਖਾਣਾ ਚਾਹੁੰਦੇ ਹਾਂ। ਚਲਾਓ।
ਦੀ ਆਵਾਜ਼ ਹੈ ਗੁਰਵਿੰਦਰ ਪਾਸਵਰਡ ਹੈ ਇੰਡਸਟਰੀ ਏਰੀਆ ਲੁਧਿਆਣਾ ਦਾ ਉੱਥੋਂ ਦੀ ਜੰਗਲ ਦੀ ਵੀਡੀਓ। ਪੰਜਾਬ ਦੇ ਰੁੱਖਾਂ ਦੇ ਸੀਡ ਬੈਂਕ ਪੰਜਾਬ ਦੇ ਨੌਜਵਾਨਾਂ ਨੂੰ ਜੰਗਲ ਲਗਾਉਣ ਦੀ ਟ੍ਰੇਨਿੰਗ ਦਿੱਤੀ ਗਈ। ਹਾਂਜੀ, ਸੋ ਤੁਸੀਂ ਦੇਖ ਸਕਦੇ ਹੋ ਕਿ ਇਹ ਜਿਹੜਾ ਈਕੋਸਿਕ ਵੱਲੋਂ ਕੀਤਾ ਗਿਆ ਜਿਹੜਾ ਇਹ ਕੰਮ ਹੈ, ਇਸ ਦੀ ਹੁਣ ਲਾਈਟ ਚਲਾ ਦਿਓ ਜਰਾ। ਸੋ ਇਹ ਜਿਹੜਾ ਕੰਮ ਆਪਾਂ ਸ਼ੁਰੂ ਕੀਤਾ ਜੀ ਸਾਰਿਆਂ ਨੇ ਰਲ ਕੇ, ਪੰਜਾਬੀਆਂ ਨੇ, ਸਿੱਖਾਂ ਨੇ, ਸਾਰੇ ਨੌਜਵਾਨਾਂ ਨੇ, ਇਸ ਕੰਮ ਦੀ ਹੁਣ ਧੁੰਮ ਸਾਰੀ ਦੁਨੀਆ ਦੇ ਵਿੱਚ ਫੈਲ ਰਹੀ ਹੈ। ਤੇ ਮੈਨੂੰ ਇਹ ਵੀ ਦੱਸਦਿਆਂ ਖੁਸ਼ੀ ਹੋ ਰਹੀ ਹੈ ਕਿ ਹਿੰਦੁਸਤਾਨ ਦੇ ਜਿਹੜੇ ਟੌਪ ਪਾਲਿਸੀ ਮੇਕਰ, ਹਾਂਜੀ ਲਾਈਟ ਦੀ ਪੂਰੀ ਨਹੀਂ ਜਗਿਆ, ਲਾਈਟ ਪੂਰੀ ਚਲਾ ਦਿਓ ਜੀ, ਸਾਹਮਣੇ ਆ ਗਈ। ਹਾਂਜੀ, ਤੇ ਜਿਸ ਤਰ੍ਹਾਂ ਕਿ ਇਹ ਵੀਡੀਓ ਦੀਆਂ ਧੁੰਮਾਂ ਤੇ ਪੰਜਾਬ ਦੇ ਇਹਨਾਂ ਨੌਜਵਾਨਾਂ ਦੇ ਕੀਤੇ ਕੰਮ ਦੀਆਂ ਧੁੰਮਾਂ ਸਾਰੀ ਦੁਨੀਆ 'ਚ ਪੈ ਰਹੀਆਂ ਨੇ, ਸਾਰੀ ਦੁਨੀਆ 'ਚੋਂ ਸਾਨੂੰ ਇਨਵੀਟੇਸ਼ਨਸ ਆ ਰਹੇ ਨੇ। ਉੱਥੇ ਹੀ ਮੈਂ ਨਾਲ ਦੱਸਣਾ ਚਾਹੁੰਦਾ ਹਾਂ, ਸਾਡੀ ਵੀ ਬਹੁਤ ਮਾਣ ਦੀ ਗੱਲ ਹੈ ਕਿ ਹਿੰਦੁਸਤਾਨ ਦੇ ਜਿਹੜੇ ਟੌਪ ਪਾਲਿਸੀ ਮੇਕਰ ਨੇ, ਨੀਤੀ ਆਯੋਗ ਦੇ ਚੇਅਰ CEO ਜਿਹੜੇ ਅਮਿਤਾਭ ਕੰਤ ਜੀ ਨੇ ਸਾਨੂੰ 4 ਦਿਨ ਹੋਏ ਬੁਲਾਇਆ, ਔਰ ਉੱਥੇ ਜਿਨੇ ਹਿੰਦੁਸਤਾਨ ਦੇ ਪਾਲਿਸੀ ਮੇਕਰਸ ਨੇ ਉਹਨਾਂ ਨੇ ਇਹ ਸਾਰਾ ਜਿਹੜਾ ਇਕੋਸਿਕ ਵੱਲੋਂ ਕੀਤਾ ਕੰਮ ਉਹਨਾਂ ਨੇ ਬੜੇ ਧਿਆਨ ਨਾਲ ਸੁਣਿਆ ਤੇ ਆਉਣ ਵਾਲੇ ਸਮੇਂ ਦੇ ਵਿੱਚ ਬੜੇ ਸਾਰਥਕ ਜਿਹੜੇ ਉਹਦੇ ਰਿਜ਼ਲਟਸ ਨੇ, ਉਹਦੇ ਨਤੀਜੇ ਨਿਕਲਣਗੇ। ਅਸੀਂ ਪੂਰੀ ਆਪਣੇ ਵੱਲੋਂ ਤਿਆਰੀ ਕੱਸੀ ਹੋਈ ਹੈ। ਜੇ ਸਾਨੂੰ ਆਵਾਜ਼ ਮਾਰੀ ਜਾਂਦੀ ਹੈ ਕਿ ਹਿੰਦੁਸਤਾਨ ਦੇ ਵਿੱਚ 1 ਬਿਲੀਅਨ ਰੁੱਖਾਂ ਲਗਾਉਣ ਦਾ ਇੱਕ ਜਿਹੜਾ ਪਲਾਨ ਘੜਿਆ ਜਾ ਰਿਹਾ ਹੈ, ਉਹਦੇ ਵਿੱਚ ਇਕੋਸਿਕ ਤਿਆਰ ਹੈ। ਅਸੀਂ ਜੇ 400 ਜੰਗਲ ਲਗਾ ਸਕਦੇ ਹਾਂ ਤੇ ਜਿਸ ਤਰ੍ਹਾਂ ਭੈਣ ਜੀ ਨੇ ਕਿਹਾ ਕਿ ਅਸੀਂ 10 ਮਿਲੀਅਨ ਰੁੱਖ ਲਗਾਵਾਂਗੇ, ਪਰ ਜੇ ਕੱਲ ਨੂੰ ਸਾਨੂੰ ਆਵਾਜ਼ ਮਾਰੀ ਜਾਂਦੀ ਹੈ ਤੇ ਇੰਡੀਆ ਦੇ ਪਾਲਿਸੀ ਮੇਕਰਸ ਵੱਲੋਂ, ਜੇ ਸਰਕਾਰ ਵੱਲੋਂ ਅਸੀਂ 1 ਬਿਲੀਅਨ ਤੱਕ ਵੀ ਲਗਾਉਣ ਲਈ ਆਪਣੀ ਹਾਮੀ ਭਰ ਦਿੱਤੀ, ਅਸੀਂ ਕਿਹਾ ਜੀ ਅਸੀਂ ਲਗਾਉਣ ਨੂੰ ਤਿਆਰ ਹਾਂ। ਤੇ ਮੈਂ ਨਾਲ ਹੀ ਦੱਸਣਾ ਚਾਹੁੰਦਾ ਕਿ ਮੇਰੇ ਨਾਲ ਬੜੇ ਸਤਿਕਾਰਯੋਗ ਵੀਰ ਸਰਦਾਰ ਇਕਬਾਲ ਸਿੰਘ ਜੀ, ਉਸ ਕਾਫੀ ਇਹਨਾਂ ਦਾ ਨਾਮ ਹੈ ਕਿਉਂਕਿ ਇਹ ਗਾਈਡ ਕਰਦੇ ਨੇ ਨੌਜਵਾਨਾਂ ਨੂੰ। ਇੱਥੋਂ ਦੇ ਟੌਪ ਜਿਹੜੀ ਇੰਡਸਟਰੀ ਹੈ, ਜਿਹੜੇ ਹਿੰਦੁਸਤਾਨ ਦੇ ਜਿੰਨੇ ਨਾਮਵਰ ਕੰਪਨੀਆਂ ਨੇ, ਜਿਹੜੀਆਂ ਇੰਟਰਨੈਸ਼ਨਲ ਕੰਪਨੀਆਂ ਵੀ ਨੇ, ਉਹਨਾਂ ਨੂੰ ਇਹ ਐਡਵਾਈਸ ਕਰਦੇ ਨੇ, ਉਹਨਾਂ ਦੇ ਕੰਸਲਟੈਂਟ ਨੇ, ਉਹਨਾਂ ਨੂੰ ਬਿਜ਼ਨਸ ਡਿਵੈਲਪਮੈਂਟ ਲਈ, ਐਂਟਰਪ੍ਰੀਨਿਓਰੀਅਲ ਜਿਹੜੀ ਸਕਿੱਲ ਡਿਵੈਲਪਮੈਂਟਸ ਲਈ ਨੌਜਵਾਨਾਂ ਨੂੰ ਤੇ ਕੰਪਨੀਆਂ ਨੂੰ ਐਡਵਾਈਸ ਕਰਦੇ ਨੇ। ਉਹ ਵੀ ਸਾਡੇ ਨਾਲ ਜੁੜੇ ਨੇ ਜੀ, ਤੇ ਇਹਨਾਂ ਤੋਂ ਅਸੀਂ ਬੜੀ ਗਾਈਡੈਂਸ ਲੈ ਰਹੇ ਹਾਂ। ਪਰ ਸਾਨੂੰ ਇਸ ਗੱਲ ਦੀ ਖੁਸ਼ੀ ਹੈ ਕਿ ਇਹਨਾਂ ਨੇ ਆਪਣੇ ਫਾਰਮ ਦੇ ਵਿੱਚ 1400 ਰੁੱਖਾਂ ਦਾ ਜਿਹੜਾ ਇੱਕ ਜੰਗਲ ਲਗਾਇਆ, ਜਿਹਦੇ ਵਿੱਚ 40 ਤੋਂ ਵੱਧ ਪੰਜਾਬ ਦੀਆਂ ਪ੍ਰਜਾਤੀਆਂ ਦੇ ਉਸ ਵੇਲੇ ਉੱਥੇ ਰੁੱਖ ਲੱਗੇ ਹੋਏ ਨੇ। ਮੈਂ ਸਰਦਾਰ ਇਕਬਾਲ ਸਿੰਘ ਜੀ ਨੂੰ ਕਹਾਂਗਾ, ਐਜ਼ a industrialist as well as a policy maker, as well as a visionary, how do you see this work and what would be your advice ਜਿਹੜੇ ਬਾਕੀ ਸਾਰੇ ਪੰਜਾਬੀ ਹਨ? शुक्रिया राजन। शुक्रिया डॉक्टर साहब फॉर योर नाइस वर्ड्स। ये जंगल जिहड़ा इन्हां ने आइडिया कंसैप्टलाइज काफ़ी देर तो कर रहे सीगे ते साडे भी कोई कोलीग्स हैगे जिहड़े कि इन्हां दे एडवाइजरी बोर्ड ते उन्हां ने साडे नाल इस गल नूं शेयर कीता ते being an environment specialist as an engineer, profession मेरा फाइनेंस है हुण, ते मैनूं ਇਹ आइडिया ਦਾ बहुत चंगा लग्या ਤੇ ਅਸੀਂ ਇਮੀਡੀਏਟਲੀ ਮਈ ਦੇ ਵਿੱਚ ਲਾਸਟ ਇਹ ਜੰਗਲ ਅਸੀਂ ਉੱਥੇ ਲਗਵਾਇਆ। ਇਹ ਮਾਮੂਪੁਰ ਜਗ੍ਹਾ ਹੈਗੀ ਹੈ ਆਪੋਜ਼ਿਟ ਟੂ ਚੰਡੀਗੜ੍ਹ ਯੂਨੀਵਰਸਿਟੀ, ਤੇ ਉਹ ਜਿਹੜਾ ਜੰਗਲ ਹੈਗਾ ਮਤਲਬ ਜੋ ਮੇਨ ਗੱਲ ਜੋ ਦੋ ਤਿੰਨ ਚੀਜ਼ਾਂ ਮੈਂ ਤੁਹਾਨੂੰ ਦੱਸਣੀਆਂ ਚਾਹਨਾ ਹੈਗਾ। ਇੱਕ ਤਾਂ ਇਹ ਵੀ ਜੋ ਇਹ ਗੱਲ ਕਰ ਰਹੇ ਆ ਉਹ ਐਕਚੁਅਲ ਹੈਗੀ ਹੈ ਸਾਰੀ ਇਨ ਦਾ ਸੈਂਸ। ਸਭ ਤੋਂ ਪਹਿਲੀ ਤਾਂ ਬਾਇਓਡਾਇਵਰਸਿਟੀ ਦੀ ਗੱਲ ਕਰਦੇ ਆ।
ਕੋਵਿਡ ਤੋਂ ਬਾਅਦ ਜਿਹੜੀ ਆਪਣੀ ਆਕਸੀਜਨ ਦੀ ਕਮੀ ਹੋਈ, ਆਕਸੀਜਨ ਦੀ ਪ੍ਰੋਬਲਮ ਹੋਈ, ਉਹਦੀ ਗੱਲ ਕਰਦੇ ਹਾਂ। ਸਰਵਾਈਵਲ ਦੀ ਗੱਲ ਕਰਦੇ ਹਾਂ। ਸੋ ਅਪਰੋਕਸੀਮੇਟਲੀ ਮੈਂ ਤਾਂ ਇਹ ਕਹਾਂਗਾ ਵੀ ਸਾਡਾ ਤਾਂ ਇੱਥੇ ਸਰਵਾਈਵਲ ਰੇਟ ਆਲਮੋਸਟ 100% ਹੀ ਹੈ, ਸਾਡਾ ਕੋਈ ਪਲਾਂਟ ਮਰਿਆ ਹੀ ਨਹੀਂ। ਤੇ ਤੋ ਮੇਰੇ ਕਹਿਣ ਦਾ ਮਕਸਦ ਇਹ ਹੈਗਾ ਕਿ ਕਿਉਂਕਿ ਮੈਂ ਉਸ ਪ੍ਰੋਫੈਸ਼ਨ ਤੋਂ ਡੀਲ ਕਰਦਾ ਹੈਗਾ ਜਦੋਂ ਕਿ ਅਸੀਂ ਗਲੋਬਲ ਇਨਵੈਸਟਿੰਗ ਕਰਦੇ ਹੈਗੇ ਆ, ਉਹਦੇ ਵਿੱਚ ਅੱਜ ਦੀ ਡੇਟ ਦੇ ਵਿੱਚ ਸਭ ਤੋਂ ਜਿਹੜੀ ਇੰਪੋਰਟੈਂਟ ਚੀਜ਼ ਹੈ ਉਹ ਪੂਰਾ ਵਰਲਡ ਜਿਹੜਾ ਦੇਖ ਰਿਹਾ ਹੈਗਾ ਉਹ ESG ਇਨਵੈਸਟਿੰਗ ਨੂੰ ਦੇਖ ਰਿਹਾ ਹੈਗਾ। ਸੋ ਜਦੋਂ ਅਸੀਂ ESG ਇਨਵੈਸਟਿੰਗ ਦੀ ਗੱਲ ਕਰਦੇ ਹਾਂ, ESG ਉਹੀ ਇਨਵੈਸਟਮੈਂਟ ਹੈ ਜਿਹੜੀ ਕਿ ਗਲੋਬਲੀ ਲੌਂਗ ਟਰਮ ਸਸਟੇਨੇਬਲ ਹੈਗੀ। ਸੋ ਜਦੋਂ ਅਸੀਂ ESG ਦੀ ਗੱਲ ਕਰਦੇ ਹਾਂ ਤਾਂ ਸਭ ਤੋਂ ਪਹਿਲਾਂ ESG ਦੇ ਵਿੱਚ ਪਹਿਲਾ ਪਾਰਟ এনवायरमेंट ਆਉਂਦਾ ਹੈਗਾ। ਤੇ ਹੁਣ ਦੇਖ ਰਹੇ ਹਾਂ ਕਿ ਗਰਮੀਆਂ 'ਚ ਗੜੇ ਪੈ ਜਾਂਦੇ ਆ, ਸੋ ਮੌਸਮ ਦੀ ਤਬਦੀਲੀ ਹੋ ਰਹੀ ਹੈ, ਪਾਣੀ ਦਾ ਲੈਵਲ ਉੱਪਰ ਜਾ ਰਿਹਾ ਹੈਗਾ, ਬਰਫ਼ ਪਿਘਲ ਰਹੀ ਹੈਗੀ ਹੈ। ਇਹ ਸਾਰੀਆਂ ਚੀਜ਼ਾਂ ਜਿਹੜੀਆਂ ਹੈਗੀਆਂ এনवायरमेंटल ਇਸ਼ੂਜ਼ ਹੈਗੇ ਆ। ਤੇ ਡਾਕਟਰ ਸਾਹਿਬ ਨੇ ਜਿਵੇਂ ਕਿਹਾ ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਾਤ, ਤੇ ਅਸੀਂ ਇਹ ਧਰਤੀ ਨੂੰ ਵੀ ਕੰਜ਼ਰਵ ਕਰਨਾ ਹੈਗਾ, ਇਸ ਇਕੋਸਿਸਟਮ ਨੂੰ ਵੀ ਕੰਜ਼ਰਵ ਕਰਨਾ ਹੈਗਾ। ਤੇ ਐਟ ਦਾ ਸੇਮ ਟਾਈਮ ਅਸੀਂ ਆਪਣੀ ਆਉਣ ਵਾਲੀ ਨਸਲ ਨੂੰ, ਆਪਣੀ ਆਉਣ ਵਾਲੀ ਜਨਰੇਸ਼ਨ ਨੂੰ ਕੀ ਦੇ ਕੇ ਜਾ ਰਹੇ ਹੈਗੇ। तो मेरे हिसाब नाल जो ये काम कर रहे हैं बहुत शलाघायोग काम हैगा। ते मैं सारे प्रैस वीरां नूं ਇਹ ਕਹਾਂਗਾ ਕਿ ਤੁਸੀਂ ਇਹ ਜਿੰਨਾ ਇਹਨੂੰ ਹੋਰ ਪ੍ਰਮੋਟ ਕਰ ਸਕੋ, ਹੋਰ ਵੱਧ ਚੜ ਕੇ ਦੱਸ ਸਕੋ, ਕਮਿਊਨੀਕੇਟ ਕਰ ਸਕੋ, ਤਾਂ ਕਿ ਸਭ ਤੋਂ ਮੇਨ ਚੀਜ਼ ਜਿਹੜੀ ਹੈ ਉਹ ਕਮਿਊਨੀਕੇਸ਼ਨ ਤੇ ਅਵੇਅਰਨੈਸ ਦੀ ਕਮੀ ਹੈ। ਤੇ ਜੇ ਆਪਾਂ ਇਸ ਚੀਜ਼ ਨੂੰ ਚੰਗੇ ਢੰਗ ਨਾਲ ਅਸੀਂ ਪੋਜੀਸ਼ਨ ਕਰ ਸਕੀਏ, ਚੰਗੇ ਢੰਗ ਨਾਲ ਲੋਕਾਂ ਨੂੰ ਕਮਿਊਨੀਕੇਟ ਕਰ ਸਕੀਏ, ਤੇ ਇਹ ਐਸਾ ਕੰਮ ਹੈਗਾ ਜਿਹਦੇ ਵਿੱਚ ਜਾਤ ਪਾਤ ਧਰਮ ਰਾਜਨੀਤੀ ਦੀ ਕੋਈ ਲੋੜ ਨਹੀਂ ਕਿਸੇ ਨੂੰ। तो एक कोई ऐसा काम है, कोई पॉलिटिकल एजेंडा नहीं है इत्थे ਅਸੀਂ ਜਿਹੜੀ डिस्कशन करना है। ਤੇ ਇਹ ਏਜੰਡਾ ਸਾਰਿਆਂ ਦਾ ਸਾਂਝਾ ਹੈਗਾ, ਸਮੁੱਚੇ ਵਰਲਡ ਦਾ ਸਾਂਝਾ ਹੈਗਾ। ਤੇ ਸਪੈਸ਼ਲੀ ਆਪਣੇ ਨਾਰਥ ਇੰਡੀਆ ਦੇ ਵਿੱਚ ਇਹਦੀ ਬਹੁਤ ਜ਼ਿਆਦਾ ਜ਼ਰੂਰਤ ਹੈਗੀ ਹੈ। ਸੋ ਜਦੋਂ ਆਪਾਂ ESG ਦੀ ਗੱਲ ਕਰਦੇ ਹਾਂ ਤਾਂ ਸਭ ਤੋਂ ਪਹਿਲਾਂ এনवायरमेंट ਦੀ ਗੱਲ ਕਰਦੇ ਹਾਂ। तो ਇਹਦੇ ਮਤਲਬ ਇੰਨੇ ਕੁ ਫਾਇਦੇ ਜੇ ਗਿਣਾਉਣ ਲੱਗੀਏ ਤਾਂ ਖਤਮ ਹੀ ਨਹੀਂ ਹੋਣੀ ਗੱਲ। तो मेरे कहने का मकसद है भी क्रक्स ये है भी ये ਆਪਾਂ ਜਿੰਨੇ ਵੀ ਮੈਕਸਿਮਮ ਬੰਦੇ ਇਸ ਚੀਜ਼ ਨੂੰ ਲਾ ਸਕਣ। ਇਹਦੇ ਵਿੱਚ ਮਤਲਬ ਮੈਂ ਤਾਂ ਕਹਾਂਗਾ ਕਿ ਸਾਰੇ ਪਾਸੇ ਵਿਨ 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 ਹੈ। ਉਹ ਕਿਵੇਂ? ਇੱਕ ਤਾਂ ਆਪਾਂ ਧਰਤੀ ਨੂੰ ਕੰਜ਼ਰਵ ਕਰ ਰਹੇ ਹਾਂ, ਪ੍ਰੀਜ਼ਰਵ ਕਰ ਰਹੇ ਹਾਂ, ਬਾਇਓਡਾਇਵਰਸਿਟੀ ਨੂੰ ਇੰਪਰੂਵ ਕਰ ਰਹੇ ਹਾਂ, ਧਰਤੀ ਦੇ ਟੈਂਪਰੇਚਰ ਨੂੰ ਘੱਟ ਕਰ ਰਹੇ ਹਾਂ। ਕਾਰਪੋਰੇਟ ਲਈ ਇਹ ਬਹੁਤ ਵਧੀਆ ਮਕਸਦ ਹੈ ਕਿ ਉਹ ਐਜ਼ ਅ CSR ਇਹਨੂੰ ਯੂਜ਼ ਕਰ ਸਕਦੇ ਹੈਗੇ ਹੈ, ਉਹਦਾ ਟੈਕਸ ਬੈਨੀਫਿਟ ਲੈ ਸਕਦੇ ਹੈਗੇ ਹੈ। ਤੇ ਉਹ ਬਾਹਰ ਦਿੰਦੇ ਆ ਪੈਸੇ ਖਰਚਦੇ, ਉਹ ਆਪਣੇ ਪ੍ਰਮਾਈਸਿਸ ਦੇ ਵਿੱਚ ਇੱਕ ਛੋਟਾ ਤੋਂ ਛੋਟਾ ਜੰਗਲ ਲਗਾ ਸਕਦੇ ਹੈਗੇ ਹੈ। ਤਾਂ ਇਹਦਾ ਜਿਹੜਾ ਫਾਇਦਾ ਹੈਗਾ ਉਹ ਇੰਨਾ ਜ਼ਿਆਦਾ ਹੈਗਾ। ਤੇ ਮੈਂ ਤਾਂ ਇਹ ਕਹਾਂਗਾ, ਔਰ ਅਲੱਗ ਹੋਰ ਚੀਜ਼ ਮੈਂ ਤੁਹਾਡੀ ਦੱਸਾਂ ਵੀ ਅਸੀਂ ਇਸ ਜੰਗਲ ਦੇ ਵਿੱਚ ਜਿਹੜੇ ਮੈਡੀਸਿਨਲ ਪਲਾਂਟ ਇਹਨਾਂ ਨੇ ਲਗਵਾਏ, ਉਹਨਾਂ ਦਾ ਵੀ ਸਾਨੂੰ ਇੰਨਾ ਫਾਇਦਾ ਹੋਇਆ। ਅਸੀਂ ਤਾਂ ਉਹਨੂੰ ਵੀ ਉਹਦਾ ਵੀ ਪਾਊਡਰ ਬਣਾ ਕੇ ਲੋਕਾਂ ਨੂੰ ਵੰਡ ਰਹੇ ਆ ਤੇ ਉਹਨਾਂ ਨੂੰ ਉਹਦਾ ਬਹੁਤ ਫਾਇਦਾ ਹੋਇਆ। ਤਾਂ ਮੇਰੇ ਕਹਿਣ ਦਾ ਮਕਸਦ ਇੱਥੇ ਹੈ ਵੀ ਇੱਕ ਫਾਇਦਾ ਹੋਵੇ ਤਾਂ ਦੱਸੀਏ। ਫਾਇਦੇ ਇੰਨੇ ਜ਼ਿਆਦਾ ਹੈਗੇ ਆ ਤੇ ਸਾਨੂੰ ਤਾਂ ਕੋਈ ਚੀਜ਼ ਦਿਖਦੀ ਨਹੀਂ ਵੀ ਜਿਹੜੀ ਚੀਜ਼ ਅਸੀਂ ਦੱਸੀਏ ਵੀ ਇਹਦੇ ਵਿੱਚ ਕੋਈ ਕਮੀ ਹੈ, ਇਹਦੇ ਵਿੱਚ ਕੋਈ ਡਰਾਬੈਕ ਹੈਗਾ। ਤਾਂ ਮੈਂ ਇਹੀ ਕਹਾਂਗਾ ਸਾਰਿਆਂ ਨੂੰ ਪੁਰਜੋਰ, ਮਤਲਬ ਅਸੀਂ ਜਿਵੇਂ ਸਰ ਨੇ ਕਿਹਾ ਹੈ ਕਿ ਜਿਹੜੇ ਥਿੰਕ ਟੈਂਕ ਹੈ ਉਹਨਾਂ ਨੇ ਇਹਨਾਂ ਨੂੰ ਵਾਸ਼ਿੰਗਟਨ DC ਤੋਂ ਸਪੈਸ਼ਲ ਬੁਲਾਇਆ ਹੈਗਾ। ਤੇ ਦੂਸਰੀ ਗੱਲ ਜਿਹੜੀ ਬਹੁਤ ਇੰਪੋਰਟੈਂਟ ਹੈਗੀ ਹੈ ਵੀ ਆਪਾਂ ਇੰਡੀਆ ਜਿਹੜਾ ਉਹ ਧਰਤੀ ਦਾ 2% ਹੈ ਤੇ 17% ਪਾਪੂਲੇਸ਼ਨ ਰਹਿੰਦੀ ਹੈ। ਤੇ ਸਾਨੂੰ ਤਾਂ ਇਹੋ ਜਿਹੇ ਪਲਾਂਟ ਦੀ ਬਹੁਤ ਜ਼ਿਆਦਾ ਜ਼ਰੂਰਤ ਹੈ, ਇਹੋ ਜਿਹੇ ਫੋਰੈਸਟ ਦੀ ਬਹੁਤ ਜ਼ਿਆਦਾ ਜ਼ਰੂਰਤ ਹੈ। ਔਰ ਜਿਹੜੀ ਬਹੁਤ ਇੰਪੋਰਟੈਂਟ ਚੀਜ਼ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਹੈ ਉਹ ਇਹ ਹੈ ਕਿ ਵੀ ਉਸ ਸਾਡਾ ਲਗਭਗ ਹੁਣ 8 ਮਹੀਨੇ ਹੋ ਗਏ ਹੈ, ਸਾਨੂੰ ਪਰ ਕੋਈ ਮੇਨਟੇਨੈਂਸ, ਜ਼ੀਰੋ ਮੇਨਟੇਨੈਂਸ ਹੈ, ਜ਼ੀਰੋ ਮੇਨਟੇਨੈਂਸ ਹੈ। ਸੋ ਇਸ ਕਰਕੇ ਮੈਂ ਤਾਂ ਗੁਰੂ ਮਹਾਰਾਜ ਅੱਗੇ ਵੀ ਇਹ ਅਰਦਾਸ ਕਰੂੰਗਾ ਕਿ ਇਹ ਪੂਰੀ ਟੀਮ ਨੂੰ, ਪਬਲੀਕ ਜੀ, ਹੋਰ ਇਹਨਾਂ ਦੇ ਕੰਸਲਟੈਂਟ ਜਿਹੜੇ ਹੈਗੇ ਆ ਸਾਰੇ, ਵੀ ਸਾਰਿਆਂ ਨੂੰ ਗੁਰੂ ਮਹਾਰਾਜ ਚੜ੍ਹਦੀ ਕਲਾ ਬਖਸ਼ੇ ਔਰ ਸਮਤ ਬਖਸ਼ੇ। ਐਂਡ ਇਸ ਨੋਬਲ ਕਾਜ਼ ਦੇ ਵਿੱਚ above board, including all media, they should support and propagate this, communicate this,
and we have to spread widely for a natural basic concern. ਸਾਨੂੰ ਇਹ ਪੂਰਾ ਦਾ ਪੂਰਾ ਮਤਲਬ ਸਾਰਿਆਂ ਨੂੰ ਜ਼ੋਰ ਲਗਾਉਣਾ ਚਾਹੀਦਾ ਇਸ ਤੇ ਸਾਰਿਆਂ ਨੂੰ ਇਹਦੇ ਲਈ ਕੋਈ ਬਹੁਤ ਵੱਡੇ ਕਿੱਲਿਆਂ ਦੀ ਜ਼ਰੂਰਤ ਨਹੀਂ ਹੈਗੀ। ਤੋ ਵਿਦ ਦਾ ਮਿਨੀਮਮ ਸਾਈਜ਼ ਇਹਨਾਂ ਨੇ ਦਿਖਾਇਆ ਉਹਦੇ ਵਿੱਚ ਵੀ ਆਪਾਂ ਇਹ ਜੰਗਲ ਲਾ ਸਕਦੇ ਹਾਂ ਤੇ ਅਸੀਂ ਚਾਹੁੰਦੇ ਹਾਂ ਵੀ ਸਾਰੇ ਇਸ ਨਾਰਥ ਇੰਡੀਆ ਦੇ ਵਿੱਚ ਇਸ ਚੀਜ਼ ਨੂੰ ਹੋਰ ਅਸੀਂ ਪ੍ਰਮੋਟ ਕਰੀਏ ਤੇ ਜਿਹੜੇ ਅੱਗੇ ਟਾਰਗੇਟ ਰੱਖਣ ਔਰ ਵਿਥਣ ਉਹ ਗੁਰੂ ਮਹਾਰਾਜ ਇਹਨਾਂ ਨੂੰ ਸਬਕ ਬਖਸ਼ੇ, ਚੜ੍ਹਦੀ ਕਲਾ ਬਖਸ਼ੇ ਤੇ ਇਹ ਉਸ ਤੋਂ ਉੱਤੇ ਜਾ ਸਕਣ। ਇਹ ਸ਼ਬਦਾਂ ਨਾਲ ਮੈਂ he is a investment financial consultant to many top level ਜਿਹੜੀਆਂ ਕੰਪਨੀਆਂ ਨੇ ਇੰਡੀਆ ਦੀਆਂ ਉਹਨਾਂ ਨੂੰ ਐਡਵਾਈਸ ਕਰਦੇ ਨੇ। ਸੋ ਇਹਨਾਂ ਦਾ ਸਾਡੇ ਨਾਲ ਜੁੜਨਾ ਸਾਡੀ ਸ਼ਕਤੀ ਹੋਰ ਵੀ ਵਧੀ ਹੈ। ਮੈਂ ਹੁਣ ਇੰਟਰੋਡਿਊਸ ਕਰਾਉਣਾ ਚਾਹੁੰਦਾ ਪੰਜਾਬ ਦੇ ਬਹੁਤ ਰਿਸਪੈਕਟੇਬਲ ਫੈਮਿਲੀ ਤੇ ਖਾਸ ਕਰਕੇ ਇਹਨਾਂ ਦੇ ਵਿੱਚ ਜੋ ਇੱਕ ਭਾਵਨਾ ਭਰੀ ਸੀ ਉਹਦਾ ਜਿਹੜਾ ਅਮਲੀ ਰੂਪ ਤੁਸੀਂ ਦੇਖ ਸਕਦੇ ਹੋ ਕਿ ਪੰਜਾਬ ਦਾ ਸਭ ਤੋਂ ਵੱਡਾ ਜਿਹੜਾ ਜੰਗਲ ਹੈ ਇਸ ਵੇਲੇ ਤੇ ਉੱਤਰੀ ਭਾਰਤ ਦਾ ਸਭ ਤੋਂ ਵੱਡਾ ਜੰਗਲ ਉਹ ਰਾਜਪੁਰੇ ਦੇ ਵਿੱਚ ਅਸੀਂ ਸੰਦੀਪ ਮਹਿਤਾ ਜੀ ਦੇ ਜਿਹੜੇ ਸਕੂਲ ਦੇ ਵਿੱਚ ਲਗਾਇਆ ਹੈ ਜੀ। ਸੋ ਅਸੀਂ ਮੈਨੇ ਇੰਨੀ ਕੁ ਸਾਨੂੰ ਖੁਸ਼ੀ ਹੋਈ ਹੈ ਤੇ ਅਸੀਂ ਕਿੰਨੀ ਦੇਰ ਹੋ ਗਈ ਜੀ ਲਗਾਇਆ ਨੂੰ ਜੰਗਲ? 1 ਸਾਲ। ਤੇ ਵੀਰੋ ਤੇ ਭੈਣੋ ਤੁਹਾਨੂੰ ਅਸੀਂ ਇਨਵਾਈਟ ਕਰਦੇ ਹਾਂ ਪ੍ਰੈਸ ਵਾਲਿਆਂ ਨੂੰ ਵੀ ਤੁਸੀਂ ਉੱਥੇ ਜਾਓ ਉਸ ਜੰਗਲ ਦੀ ਬਹਾਰ ਉਸ ਜੰਗਲ ਦੇ ਵਿੱਚ ਜੋ ਤੁਸੀਂ ਦੇਖ ਸਕਦੇ ਹੋ ਉਹ ਤੁਹਾਨੂੰ ਦੁਨੀਆ 'ਚ ਕਿਤੇ ਦੇਖਣ ਨੂੰ ਨਹੀਂ ਮਿਲੇਗਾ, ਪੰਜਾਬ 'ਚ ਨਹੀਂ ਤੁਹਾਨੂੰ ਦੇਖਣ ਨੂੰ ਮਿਲੇਗਾ। ਤਾਂ 11,000 ਬੂਟਿਆਂ ਦਾ 11,000 ਰੁੱਖਾਂ ਦਾ ਜਿਹੜਾ ਜੰਗਲ ਹੈ ਇਹਨਾਂ ਨੇ ਆਪਣੇ ਸਕੂਲ ਦੇ ਵਿੱਚ ਲਗਵਾਇਆ ਹੈ ਤੇ ਉੱਥੇ ਕਈ ਇਹੋ ਜਿਹੇ ਰੁੱਖ ਲਗਾਏ ਗਏ ਨੇ ਜਿਹੜੀ ਕਿ ਇਹਨਾਂ ਦੀ ਆਪਣੀ ਮਨਸ਼ਾ ਸੀ ਕਿ ਮੈਂ ਇੱਥੇ ਚਾਹੁੰਦਾ ਵੀ ਜਿਹੜੇ ਅਸਲ ਦੇ ਵਿੱਚ ਉਹ ਰੁੱਖ ਲਗਾਏ ਜਾਣ ਜਿਹੜੇ ਕਿ ਬਿਲਕੁਲ ਖਤਮ ਹੋ ਚੁੱਕੇ ਨੇ, ਬਿਲਕੁਲ ਅਲੋਪ ਹੋ ਚੁੱਕੇ ਨੇ। ਉਹਨਾਂ ਦੇ ਕਈਆਂ ਦੇ ਬੀਜ ਅਸੀਂ ਰਾਜਸਥਾਨ ਤੋਂ ਮੰਗਵਾਏ, ਕਈ ਸਾਊਥ ਤੋਂ ਮੰਗਵਾਏ। ਉਹ ਇਹਨਾਂ ਦੇ ਜਿਹੜੇ ਰੁੱਖ ਨੇ ਇਹਨਾਂ ਦੇ ਜੰਗਲ ਤੋਂ ਲੱਗੇ ਨੇ। ਮੈਂ ਆਏ ਹੋਏ ਨੇ ਮੈਂ ਸਾਰੇ ਨੂੰ ਜਿਵੇਂ ਆਪਦਾ ਕਿ ਪ੍ਰੈਸ ਨੂੰ ਸਾਰਿਆਂ ਨੂੰ ਵੀਰਾਂ ਨੂੰ ਭੈਣਾਂ ਨੂੰ ਜੀ ਆਇਆਂ ਆਪਦਾ ਜਿਨ੍ਹਾਂ ਨੇ ਅੱਜ ਸਮਾਂ ਕੱਢ ਕੇ ਸਾਨੂੰ ਇਹ ਕਵਰੇਜ ਦਿੱਤੀ ਹੈ। ਹੁਣ ਮੈਂ ਜ਼ਿਆਦਾ ਸਮਾਂ ਨਾ ਲੈਂਦੇ ਹੋਏ I want to come to the subject ਕਿ ਆਪਾਂ ਜਿੱਥੇ ਇਕੱਠੇ ਹੋਏ ਹਾਂ ਇਹਦਾ ਮਕਸਦ ਕੀ ਹੈ ਔਰ ਇਹਦੇ ਨਾਲ ਫਿਊਚਰ ਦੇ ਵਿੱਚ ਕੀ ਹੋ ਸਕਦਾ ਹੈ, ਕੀ ਚੇਂਜਸ ਲੈਣੀਆਂ ਜਾ ਸਕਦੀਆਂ। ਹਕੀਕਤ ਤਾਂ ਇਹ ਜਿੰਨਾ ਇਹਨਾਂ ਨੇ ਮੇਰੇ ਬਾਰੇ ਕਿਹਾ ਕਿ ਗੱਲ ਨਹੀਂ ਹੈ। ਮੈਂ ਤਾਂ ਇੱਕ ਜਸਟ ਆਪਣੇ ਸਕੂਲ ਦੇ ਬੱਚਿਆਂ ਵਾਸਤੇ ਮੇਰੇ ਭਾਈ ਰਾਜਪੁਰਾ ਸਕੂਲ ਚਲਾਉਂਦੇ ਐਂਜਲਸ ਵੈਲੀ ਸਕੂਲ ਉਹਦੇ ਵਿੱਚ ਤਕਰੀਬਨ 15 ਏਕੜ ਜਗ੍ਹਾ ਹੈ। ਉਹਦੇ ਵਿੱਚੋਂ ਅਰਾਊਂਡ 1.25 ਏਕੜ ਜਗ੍ਹਾ ਮੈਂ ਸਾਈਡ ਤੇ ਪਈ ਹੋਈ ਸੀ ਤੇ ਮੈਂ ਬਹੁਤ ਸਮੇਂ ਤੋਂ ਸੋਚ ਰਿਹਾ ਸੀ ਕਿ ਇੱਥੇ ਕੁਝ ਐਸਾ ਦਾ ਕ੍ਰੀਏਟ ਕੀਤਾ ਜਾਏ ਜਿਹਦੇ ਨਾਲ ਬੱਚਿਆਂ ਨੂੰ ਪਤਾ ਲੱਗੇ ਕਿ ਪੌਦੇ, ਪੇੜ, ਤਿਤਲੀ, ਗਿਲਹਰੀ, ਹੋਰ ਪੰਛੀ ਜਾਂ ਜ਼ਮੀਨ ਦੇ ਅੰਦਰ ਜਿਹੜੇ ਕੀੜੇ ਮਕੌੜੇ ਜਾਂ ਜਿਹੜੇ ਪੱਤੇ ਗਿਰਦੇ ਨੇ ਉਹ ਕਿਵੇਂ ਡਿਕੇ ਹੋ ਕੇ ਖਾਦ ਦੇ ਵਿੱਚ ਮਤਲਬ ਬੱਚਿਆਂ ਨੂੰ ਇਹਦੇ ਬਾਰੇ ਸਿਵਾਏ ਵੀਡੀਓ ਗੇਮਸ, ਟੀਵੀ ਐਟਸੈਟਰਾ ਇਦਾਂ ਦੇ ਉਹਦੇ ਬਗੈਰ ਉਹਨੂੰ ਵਰਲਡ ਬਾਰੇ ਤਾਂ ਜ਼ਿਆਦਾ ਪਤਾ ਹੈ ਲੇਕਿਨ ਆਪਣੀ ਧਰਤੀ ਬਾਰੇ, ਪੰਜਾਬ ਬਾਰੇ ਕਿ ਕਿਹੜਾ ਸਬਜ਼ੀ ਜਿਹੜੀ ਹੈ ਉਹ ਜ਼ਮੀਨ ਦੇ ਉੱਪਰ ਹੁੰਦੀ ਹੈ, ਆਲੂ ਜ਼ਮੀਨ ਦੇ ਥੱਲੇ ਹੁੰਦਾ ਹੈ, ਇਹਦੇ ਬਾਰੇ ਜ਼ਿਆਦਾ ਜਾਣਕਾਰੀ ਨਹੀਂ ਹੈ ਜਿਹੜੀ ਕਿ ਮੈਂ ਸਮਝਦਾ ਕਿ ਸਸਟੇਨੇਬਲ ਗਰੋਥ ਵਾਸਤੇ ਬਹੁਤ ਇੰਪੋਰਟੈਂਟ ਹੈ। ਤੇ ਇਸ ਕਰਕੇ ਮੈਂ ਜ਼ਿਆਦਾ ਸਮਾਂ ਨਹੀਂ ਲਵਾਂਗਾ। ਮੈਂ ਇਹ ਜੰਗਲ ਮੈਂ ਜ਼ਿਆਦਾ ਸਮਾਂ ਨਹੀਂ ਲਵਾਂਗਾ ਤਾਂ ਇਹ ਜਿਹੜਾ ਅਸੀਂ ਉਪਰਾਲਾ ਕੀਤਾ ਇਹ ਮੈਂ ਚਾਹਾਂਗਾ ਕਿ ਇਹ ਵੀ ਗੱਲ ਮੈਨੂੰ ਕਈ ਵਾਰ ਹੈਰਾਨੀ ਹੁੰਦੀ ਹੈ ਕਿ ਇਹਨੂੰ ਹਾਈਲਾਈਟ ਇੰਨਾ ਕਿਉਂ ਨਹੀਂ ਕੀਤਾ ਜਾਂਦਾ। ਪ੍ਰੈਸ ਨੂੰ ਮੈਂ ਅਪੀਲ ਕਰਾਂਗਾ, ਮੀਡੀਆ ਨੂੰ ਅਪੀਲ ਕਰਾਂਗਾ ਕਿ ਤੁਸੀਂ ਇੱਕ ਵਾਰ ਆ ਕੇ ਉਹ ਜੰਗਲ ਆ ਕੇ ਦੇਖੋ, ਉਹਦੀ ਫੀਲ ਲਓ, ਮਹਿਸੂਸ ਕਰੋ। ਉਹਦੇ ਬਾਅਦ ਤੁਸੀਂ ਖੁਦ ਐਸੇ ਫੋਰੈਸਟ ਦੀਆਂ ਸਟੋਰੀਜ਼ ਬਣਾ ਕੇ, ਡਾਕੂਮੈਂਟਰੀਜ਼ ਬਣਾ ਕੇ ਪਬਲਿਸ਼ ਕਰੋਗੇ ਔਰ ਮੈਨੂੰ ਪੂਰੀ ਆਸ ਹੈ ਕਿ ਤੁਹਾਨੂੰ ਪ੍ਰੈਸ ਦਾ ਸਹਿਯੋਗ ਮਿਲੇਗਾ
ਤੁਹਾਨੂੰ ਉੱਥੇ ਅਸੀਂ ਡਾਕਟਰ ਰਾਜਵੰਤ ਸਿੰਘ ਆਏ ਤੇ ਅਸੀਂ ਛੋਟਾ ਜਿਹਾ ਇੱਕ ਲੰਚ ਕੀਤਾ ਤਾਂ ਬੜਾ ਅੱਛਾ ਲੱਗਿਆ। ਤਾਂ ਮੈਂ ਤੁਹਾਨੂੰ ਸਾਰਿਆਂ ਨੂੰ ਇਨਵਾਈਟ ਕਰਦਾ ਕਿ ਪਲੀਜ਼ ਤੁਸੀਂ ਸਮਾਂ ਕੱਢ ਕੇ ਉੱਥੇ ਇੱਕ ਵਾਰ ਜ਼ਰੂਰ ਆਓ ਤੇ ਦੇਖਣ ਤੋਂ ਬਾਅਦ ਤੁਹਾਨੂੰ ਡਿਫਰੈਂਟ ਫੀਲ ਹੋਵੇ। ਥੈਂਕ ਯੂ ਸੋ ਮਚ। ਠੀਕ ਹੈ ਜੀ, ਅਸੀਂ ਹੁਣ ਇਹ ਜਿਹੜੀ ਰਿਪੋਰਟ ਰਿਲੀਜ਼ ਕਰਨ ਜਾ ਰਹੇ ਹਾਂ ਜੀ ਤੇ ਸਾਰੇ ਜਿਹੜੇ ਸਾਡੇ ਫੋਰੈਸਟ ਮੇਕਰ ਸੀ ਉਹਨਾਂ ਤੁਸੀਂ ਵੀ ਆਜੋ ਪਿੱਛੇ ਵਿਗਿਆਨੀ ਨੇ ਜਿਨ੍ਹਾਂ ਨੇ ਵਿਧੀ ਤਿਆਰ ਕੀਤੀ ਕਿ ਜਿਹੜੇ ਆਓ ਜੀ ਸਾਰੇ ਫੋਰੈਸਟ ਮੇਕਰ ਤੁਸੀਂ ਛੇਤੀ ਆਓ ਜੀ ਪਿੱਛੇ, ਛੇਤੀ ਆਓ। ਸੋ ਇਹ ਜਿਹੜੀ ਰਿਪੋਰਟ ਹੈ ਜੀ ਅਸੀਂ 36 ਮਹੀਨੇ ਦੀ ਰਿਪੋਰਟ ਰਿਲੀਜ਼ ਕਰ ਰਹੇ ਹਾਂ ਜੀ ਤੇ ਇਹਦੇ ਵਿੱਚ ਜਿਹੜੇ 400 ਜੰਗਲ ਅਸੀਂ ਪੰਜਾਬ ਦੇ ਵਿੱਚ ਤੇ ਹੁਣ ਤੱਕ ਲਗਾ ਚੁੱਕੇ ਹਾਂ ਉਹ ਅਸੀਂ ਤੁਹਾਡੇ ਸਾਹਮਣੇ ਇੱਥੇ ਰਿਲੀਜ਼ ਕਰ ਰਹੇ ਹਾਂ। एक मिनट सर इधर है ना ਸਾਹਮਣੇ ਸਰ ਸਰ ਇਸ ਪਾਸੇ ਇਹ 36 ਮਹੀਨਿਆਂ ਦੀ ਰਿਪੋਰਟ ਹੈ ਜਿਹਦੇ ਵਿੱਚ 400 ਜੰਗਲ ਅਸੀਂ ਲਗਾ ਦਿੱਤੇ ਨੇ। 2,20,000 ਪੰਜਾਬ ਦੇ ਬਹੁਤੇ ਅਲੋਪ ਹੋ ਰਹੇ ਇਹ ਸਾਰੇ ਜੰਗਲ ਇੱਥੇ ਰੁੱਖ ਲਗਾਏ ਗਏ ਨੇ। ਤੇ ਨਾਲ ਅਸੀਂ ਦੱਸਣਾ ਚਾਹੁੰਦੇ ਹਾਂ ਕਿ ਜਿਹੜਾ ਅਸੀਂ ਵੀਡੀਓ ਰਿਲੀਜ਼ ਕੀਤੀ ਹੈ ਉਹ ਵੀ ਅਸੀਂ ਜਿਹੜੀ ਟਿਊਟੋਰੀਅਲ ਹੈ ਇਹ ਪੰਜਾਬ ਦਾ ਹਰ ਬੰਦਾ ਕਿ ਦੁਨੀਆ ਦਾ ਹਰ ਬੰਦਾ ਹਿੰਦੁਸਤਾਨ ਦਾ ਹਰ ਬੰਦਾ ਜੰਗਲ ਲਗਾ ਸਕਦਾ ਹੈ ਉਹ ਵੀ ਅਸੀਂ ਅੱਜ ਵੀਡੀਓ ਰਿਲੀਜ਼ ਕੀਤੀ ਹੈ ਜੀ ਟਿਊਟੋਰੀਅਲ। ਤੇ ਕੋਈ ਵੀ ਇਸ ਵਿਧੀ ਅਨੁਸਾਰ ਆਪਣੇ ਘਰ ਦੇ ਬਾਹਰ ਗੁਰਦੁਆਰੇ 'ਚ ਮੰਦਿਰ 'ਚ ਸਕੂਲ ਕਾਲਜ ਮਸਜਿਦ ਚਰਚ ਦੇ ਵਿੱਚ ਇਹ ਜੰਗਲ ਲਗਾਇਆ ਜਾ ਸਕਦਾ ਹੈ। ਸਾਰਿਆਂ ਨੂੰ ਅਪੀਲ ਹੈ ਕਿ 4% ਜਿਹੜਾ ਫੋਰੈਸਟ ਏਰੀਆ ਬਚਿਆ ਹੈ ਪੰਜਾਬ ਦਾ ਅਸੀਂ ਸਾਰੇ ਰਲ ਕੇ 30% ਤੱਕ ਲੈ ਕੇ ਜਾਈਏ ਤਾਂ ਕਿ ਵੱਧ ਤੋਂ ਵੱਧ ਜੰਗਲ ਇਸ ਧਰਤੀ ਨੂੰ ਇਹਦੇ ਸ਼ੋਭਾ ਬਣਨ। ਤੇ ਨਾਲ ਮੈਂ ਦਿਖਾਣਾ ਚਾਹੁੰਦਾ ਇਹ ਜਿਹੜਾ ਪੰਛੀ ਹੈ ਇਹ ਛੋਟਾ ਆਲਣਾ ਬਣਾ ਕੇ ਆਪਣੇ ਪੰਛੀ ਦੇ ਜਿਹੜੇ ਬੱਚੇ ਨੇ ਇਹ ਪੰਜਾਬ ਦੇ ਪੰਛੀ ਨੇ ਇਹ ਬਚਾਏ ਜਾ ਰਹੇ ਨੇ ਮੁੜ ਸੁਰਜੀਤ ਕੀਤੇ ਜਾ ਰਹੇ ਨੇ। ਪੰਜਾਬ ਦੇ ਜਿਹੜੇ ਪੰਛੀ ਦੁਬਾਰਾ ਆਣੇ ਸ਼ੁਰੂ ਹੋ ਗਏ ਨੇ। ਸੋ ਸਾਰੇ ਵੀਰਾਂ ਭੈਣਾਂ ਨੂੰ ਬੇਨਤੀ ਹੈ ਕਿ ਇਸ ਸਾਡੀ ਮੁਹਿੰਮ ਦਾ ਹਿੱਸਾ ਬਣੋ ਤਾਂ ਕਿ ਅਸੀਂ ਵੱਧ ਤੋਂ ਵੱਧ ਜੰਗਲ ਲਗਾ ਕੇ ਜਿਹੜਾ ਕਲਾਈਮੇਟ ਦਾ ਜਿਹੜਾ ਇੱਕ ਬਹੁਤ ਵੱਡਾ ਕ੍ਰਾਈਸਿਸ ਹੈ ਉਹਨੂੰ ਅਸੀਂ ਰੋਕ ਸਕੀਏ। ਤੇ ਇਹ ਜਿਹੜਾ ਵੀਡੀਓ ਹੈ ਜੀ ਇਹ YouTube ਤੇ ਅਵੇਲੇਬਲ ਹੈ ਕੋਈ ਵੀ ਇਸ ਨੂੰ ਦੇਖ ਸਕਦਾ ਹੈ। ओपन सोर्स है जी, फ्री ऑफ कॉस्ट।